सुदामा आपदा ते राखिया, घन का पड़त पूरे तिह काज। श्री सतगुर सो प्रसन्न कल जुग होए, राखो दास पाट की लाज। पैनासन दुर्मत हरन, कल मैं हर को नाम। निस दिन जो नानक भजै, सफल हुए तिह काम। मूक उचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। हमें दृष्ट शुभ करै, हरै अग पाप सकल मल। काम क्रोध अर लोभ मोह, वस करै सबै बल। सदा सुख मन वसै, दुख संसार खोवै। गुर नव निद दरियाओ, जन्म हम कालख तोवै। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाय। दर्शन परसै गुरु कै, जन्म मरण दुख जाय। सतनाम श्री वाहेगुरु साहेब जियो। सोचै सोच ना होवै, जे सोचे लख वार। चुप चुप ना होवै, जे लाए रहा लेवतार। सोचा सोच ना होवै, जे सोचे लख वार। चुप चुप ना होवै, जे लाए रहा लेवतार। भुखिया भुख ना उतरे, जे बन्ना पुरिया पहार। सहस सियाणपा लख होए, ता एक ना चलै नाल। केव सचारा होइया, केव कूड़ा टुटै पाल। हुक्म रजाए चलना, नानक लिखिया नाल। केव सचारा होइया, केव कूड़ा टुटै पाल। हुक्म रजाए चलना, नानक
ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਪਤਿਤ ਪਾਵਨ ਕਿਰਪਾ ਦੇ ਸਾਗਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਪਰਮ ਦਇਆ ਸਦਕਾ ਆਪ ਜੀ ਪੰਥ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਦਾ ਸੁਖ ਮਾਣ ਰਹੇ ਹੋ। ਜਿਸ ਪਾਵਨ ਅਸਥਾਨ ਤੇ ਚੌਜੀ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਆਪ ਪੰਥ ਵਾਲੀ ਸਤਿਗੁਰੂ ਜੋਤੀ ਜੋਤ ਸਮਾਏ ਉਸ ਮਹਾਨ ਪਵਿੱਤਰ ਸਥਾਨ ਦੀ ਚਰਨ ਧੂੜ ਨੂੰ ਆਪ ਪਰਸ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਤੁਰਕੀ ਬਾਣੀ ਦੀ ਪਵਿੱਤਰ ਲੜੀਵਾਰ ਕਥਾ ਦਾ ਸਮਾਂ ਹੈ। ਜਿਸ ਪਵਿੱਤਰ ਬਾਣੀ ਦੀ ਆਰੰਭਤਾ ਹੋਈ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਸੁਰਤ ਜੋੜਦੇ ਹੋਏ ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰੀਏ। ਸਾਧ ਸੰਗਤ ਜੀ, ਇਹ ਮਹਾਨ ਪਵਿੱਤਰ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਜਿਸ ਦੀਆਂ ਤੁਸੀਂ ਉਥਾਨ ਕਾਵਾਂ ਸੁਣਨਾ ਕੀਤੀਆਂ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੁੱਲ ਜਗਤ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਬਾਣੀ ਦਾ ਪ੍ਰਕਾਸ਼ ਕੀਤਾ। ਜੋ ਸਾਡੇ ਪੰਥ ਅੰਦਰ ਵਿਦਵਾਨ ਪੁਰਖ ਹੋਏ ਹੈ, ਮਹਾਂਪੁਰਖ ਹੋਏ ਹੈ, ਜਪਜੀ ਸਾਹਿਬ ਦਾ ਮਹਾਨ ਮਹਾਤਮ ਉਹਨਾਂ ਨੇ ਕਥਨ ਕੀਤਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਜਿਹੜਾ ਸਿੱਖ ਹੋ ਕਰਕੇ ਜਪਜੀ ਸਾਹਿਬ ਨਹੀਂ ਪੜ੍ਹਦਾ ਉਹਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਚੌਲਾਂ ਦੇ ਉੱਤੋਂ ਛਿਲਕਾ ਲਾ ਦਿੱਤਾ ਜਾਵੇ, ਵਿੱਚ ਦਾਣਾ ਨਹੀਂ ਹੁੰਦਾ ਤੇ ਕੇਵਲ ਉਹ ਫੂਸ ਹੀ ਰਹਿ ਜਾਂਦਾ ਹੈ। ਕਹਿੰਦੇ ਉਸ ਸਿੱਖ ਦਾ ਜੀਵਨ ਉਸ ਫੂਸ ਵਰਗਾ ਖਾਲੀ ਹੈ ਜਿਹੜਾ ਜਪਜੀ ਸਾਹਿਬ ਨਹੀਂ ਪੜ੍ਹਦਾ ਹੈ। ਸਤਿਗੁਰਾਂ ਜੀ ਦੀ ਪਵਿੱਤਰ ਬਾਣੀ ਵੇਖੋ, ਸਿੱਖ ਹੋ ਕਰਕੇ ਜਿਹੜੇ ਜਪਜੀ ਸਾਹਿਬ ਨਹੀਂ ਪੜ੍ਹਦੇ, ਬਹੁਤ ਇਹ ਸਾਧ ਸੰਗਤ ਜੀ ਮਾੜੀ ਗੱਲ ਹੈ। ਅੱਜ ਤੋਂ ਤਕਰੀਬਨ 18-19 ਸਾਲ ਪਹਿਲਾਂ ਦਾਸ ਮਸਕਟ ਵਿੱਚ ਗਿਆ ਸੀ ਸਿੱਖੀ ਦੇ ਪ੍ਰਚਾਰ ਵਾਸਤੇ, ਕਥਾ ਵਾਸਤੇ, ਮਹਾਂਪੁਰਖਾਂ ਦੀ ਆਗਿਆ ਨਾਲ। ਉਹ ਇਸਲਾਮਿਕ ਦੇਸ਼ ਹੈ ਸਾਧ ਸੰਗਤ ਜੀ। ਜਿਸ ਵਕਤ ਉਥੋਂ ਦੇ ਸਿੰਘਾਂ ਨੇ ਸਾਨੂੰ ਕੁਝ ਮੌਲਵੀਆਂ ਨਾਲ ਮਿਲਾਇਆ ਤੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਸਾਨੂੰ ਜਪਜੀ ਸਾਹਿਬ ਸੁਣਾਇਆ। ਫਿਰ ਅਸੀਂ ਪੁੱਛਿਆ ਕਿ ਤੁਸੀਂ ਕਿਉਂ ਪੜ੍ਹਦੇ ਹੋ, ਇਹਦਾ ਕੀ ਕਾਰਨ ਹੈ? ਤੇ ਉਹਨਾਂ ਦਾ ਇਹ ਕਹਿਣਾ ਸੀ कि जो शांति इस कलाम के पढ़ने से मिलती है और किसी भी यत्न से शांति नहीं प्राप्त होती। जे मुसलमान सतगुरां दी बाणी पढ़दे है, अकीदा रखदे है, सतगुरु जी नूं गुरु बाबा नानक जी इस तरह कह के पुकारदे है, अदब नाल महाराज जी दा नाम लैंदे है। सच्चे पातशाह जी ने अपने हुंदियां पवित्र बाणी दा बड़ा बड़ा जिहड़ा फल सी साध संगत जी वो दर्शाया। भाई गोपाला जी तो गुरु हरगोबिंद साहिब सच्चे पातशाह जी ने जदों ये बाणी दा पाठ सुनिया आखिया सी कि कोई मन दियां बिरतियां रोक करके
ਇਕਾਗਰ ਚਿੱਤ ਹੋ ਕਰਕੇ ਸਾਨੂੰ ਜਪਜੀ ਸਾਹਿਬ ਸੁਣਾਵੇ। ਹੈ ਕੋਈ ਐਸਾ ਸਿੱਖ? ਕੋਈ ਨਾ। ਜਦੋਂ ਹਿੱਲਿਆ ਫਿਰ ਭਾਈ ਗੋਪਾਲਾ ਜੀ ਨੇ ਸਤਿਗੁਰਾਂ ਜੀ ਦੇ ਬਚਨ ਤੇ ਉੱਠ ਕਰਕੇ ਬੇਨਤੀ ਕੀਤੀ, ਮਹਾਰਾਜ ਜੇ ਆਪ ਮੇਰੇ ਸ਼ੀਸ਼ ਤੇ ਮਿਹਰ ਭਰਿਆ ਹੱਥ ਰੱਖੋ ਤੇ ਆਪ ਜੀ ਦੀ ਆਗਿਆ ਨਾਲ ਮੈਂ ਮਹਾਰਾਜ ਬਾਣੀ ਸੁਣਾ ਸਕਾਂਗਾ। ਭਾਈ ਗੋਪਾਲਾ ਜੀ ਨੇ ਮਨ ਦੇ ਫੁਰਨੇ ਰੋਕ ਕੇ ਹਜੂਰ ਨੂੰ ਜਦੋਂ ਜਪਜੀ ਸਾਹਿਬ ਦੀ ਬਾਣੀ ਸੁਣਾਈ, ਇੱਕ ਚਿੱਤ ਹੋ ਕੇ ਹਜੂਰ ਸੁਣਦੇ ਰਹੇ। ਜਦੋਂ ਭਾਈ ਗੋਪਾਲਾ ਜੀ ਸ਼ਲੋਕ ਪੜ੍ਹ ਰਹੇ ਸਨ, ਵਾਹਿਗੁਰੂ ਦੀ ਵੇਖੋ ਕਿਹੋ ਜੀ ਕਲਾ ਵਰਤਦੀ ਹੈ। ਉਦੋਂ ਇਧਰ ਸਤਿਗੁਰਾਂ ਜੀ ਨੇ ਖਿਆਲ ਕੀਤਾ ਕਿ ਹੁਣ ਜਪਜੀ ਸਾਹਿਬ ਦੀ ਭੇਟ ਕੀ ਚੜਾਈਏ ਭਾਈ ਗੋਪਾਲੇ ਨੂੰ। ਇਹਨੇ ਮਨ ਰੋਕ ਕੇ ਸਾਨੂੰ ਜਪਜੀ ਸਾਹਿਬ ਇੱਕ ਚਿੱਤ ਹੋ ਕੇ ਸੁਣਾਇਆ। ਸਤਿਗੁਰਾਂ ਜੀ ਨੇ ਤਿੰਨਾਂ ਲੋਕਾਂ ਵਿੱਚ ਨਿਗਾਹ ਮਾਰੀ। ਹਜੂਰ ਨੂੰ ਜਪਜੀ ਸਾਹਿਬ ਦੀ ਭੇਟਾ ਦੇ ਬਦਲੇ ਹੋਰ ਕੁਝ ਨਹੀਂ ਸਾਹਮਣੇ ਆਇਆ। ਮਹਾਰਾਜ ਕਹਿੰਦੇ ਭਾਈ ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਹੈ, ਇਹ ਹੀ ਭੇਟ ਕਰਦੀ ਹੈ ਭਾਈ ਗੋਪਾਲੇ ਨੂੰ। ਹਜੂਰ ਇਸ ਤਰ੍ਹਾਂ ਕਰਨ ਵਾਸਤੇ ਜਦੋਂ ਤਖਤ ਤੋਂ ਉੱਠੇ, ਹਜੂਰ ਨੇ ਆਪਣਾ ਚਰਨ ਉਠਾਇਆ ਏ। ਭਾਈ ਗੋਪਾਲਾ ਜੀ ਦੇ ਉਸੇ ਵੇਲੇ ਫੁਰਨਾ ਆਇਆ ਕਿ ਮਹਾਰਾਜ ਸ਼ਾਇਦ ਉੱਠ ਚੱਲੇ ਐ। ਜੇ ਹੋਵੇ ਤਾਂ ਸਤਿਗੁਰੂ ਮੈਨੂੰ ਸੋਨੇ ਦੀ ਕਾਠੀ ਵਾਲਾ ਘੋੜਾ ਜਿਹੜੇ 5 ਚੜਾਏ ਉਹਨਾਂ ਚੋਂ ਇੱਕ ਮੈਨੂੰ ਦੇ ਦੇਣ। ਮਹਾਰਾਜ ਬੈਠ ਗਏ ਸੀ। ਸ਼ਲੋਕ ਸੰਪੂਰਨ ਹੋਇਆ। ਹਜੂਰ ਨੇ ਕਿਹਾ, ਭਾਈ ਗੋਪਾਲਾ ਨਿਹਾਲ ਹੋਇਓ, ਜੇ ਫੁਰਨਾ ਨਾ ਕਰਦਾ ਤੂੰ ਅੱਜ ਤੈਨੂੰ ਗੁਰਤਾ ਗੱਦੀ ਦੇਣ ਲੱਗੇ ਸਾਂ। ਸੋਨੇ ਦੀ ਕਾਠੀ ਪਵਾ ਕੇ ਉਹ ਘੋੜਾ ਸਤਿਗੁਰਾਂ ਜੀ ਨੇ ਭਾਈ ਗੋਪਾਲਾ ਜੀ ਨੂੰ ਭੇਟ ਕੀਤਾ, ਨਾਲ ਮੋਹਰਾਂ ਅਸ਼ਰਫੀਆਂ ਭੇਟ ਕੀਤੀਆਂ। ਆਖਿਆ, ਭਾਈ ਗੋਪਾਲਾ ਫਿਰ ਵੀ ਇਹ ਭੇਟਾ ਨਹੀਂ ਦਿੱਤੀ ਜਾ ਸਕਦੀ, ਤੇਰੀਆਂ 21 ਕੁੱਲਾਂ ਤਰ ਜਾਣਗੀਆਂ। ਐਡਾ ਵੱਡਾ ਮਹਾਰਾਜ ਜੀ ਨੇ ਸਾਧ ਸੰਗਤ ਜੀ ਫਲਾਦੇਸ਼ ਬਖਸ਼ਿਸ਼ ਕੀਤਾ। ਪਵਿੱਤਰ ਬਾਣੀ ਦੀ ਮਹਿਮਾ ਸ਼ਬਦਾਂ ਦੁਆਰਾ ਕਥਨ ਤੇ ਕਹਿਣ ਤੋਂ ਪਰੇ ਹੈ। ਜਿਹੜੇ ਗੁਰਸਿੱਖ ਜਪਜੀ ਸਾਹਿਬ ਦੀ ਬਾਣੀ ਨਾਲ ਪਿਆਰ ਕਰਦੇ ਐ, ਭਾਈ ਲੱਖੂ ਜੀ ਵਰਗੇ ਮਹਾਂਪੁਰਖ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਸਾਧ ਸੰਗਤ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੋਂ ਸਿੱਖੀ ਦੀ ਦਾਤ ਪ੍ਰਾਪਤ ਹੋਈ, 80 ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਐਸੀ ਕਲਾ ਇਸ ਬਾਣੀ ਦੁਆਰਾ ਵਰਤਦੀ ਹੈ, ਬ੍ਰਹਮ ਦਾ ਗਿਆਨ ਹਿਰਦੇ ਦੇ ਅੰਦਰ ਸੰਪੂਰਨ ਹੁੰਦਾ ਹੈ। ਸਤਿਗੁਰੂ ਜੀ ਨੇ ਮੂਲ ਮੰਤਰ ਦੁਆਰਾ ਸਿੱਧਾਂ ਨੂੰ ਸਾਧ ਸੰਗਤ ਜੀ ਆਪਣੇ ਇਹ ਮੰਤਰ ਦੀ ਜਿਹੜੀ ਸੀ ਨਾ, ਇਹ ਹਜੂਰ ਨੇ ਬਖਸ਼ਿਸ਼ ਕੀਤੀ। ਉਹਨਾਂ ਕਿਹਾ ਸੀ, ਮਹਾਰਾਜ ਇੱਕ ਕਿਉਂ ਹੈ? ਹਜੂਰ ਕਹਿੰਦੇ, ਭਾਈ ਓੰਕਾਰ ਹੋਣੇ ਕਰਕੇ ਇੱਕ ਵੈ, ਕਿਉਂਕਿ ਸਭ ਦੀ ਉਤਪਤੀ ਕਰਦਾ ਹੈ ਨਾ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਇਸ ਕਰਕੇ ਮਹਾਰਾਜ ਕਹਿੰਦੇ ਓੰਕਾਰ ਹੋਣੇ ਕਰਕੇ ਉਹ ਇੱਕ ਹੈ। ਅੱਛਾ ਮਹਾਰਾਜ ਓੰਕਾਰ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਸਤਿ ਹੈ, ਇਸ ਕਰਕੇ। ਮਹਾਰਾਜ ਸਤ ਕਿਵੇਂ ਹੈ? ਮਹਾਰਾਜ ਕਹਿੰਦੇ ਨਾਮ ਪ੍ਰਸਿੱਧ ਹੈ, ਇਸ ਕਰਕੇ ਸਤਿ ਹੈ। ਮਹਾਰਾਜ ਜੀ ਨਾਮ ਕਿਵੇਂ ਹੈ? ਹਜੂਰ ਕਹਿੰਦੇ ਕਰਤਾ ਹੈ। ਅੱਛਾ ਮਹਾਰਾਜ ਕਰਤਾ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਪੁਰਖ ਹੈ, ਪੂਰਨ ਸਭ ਥਾਵਾਂ ਤੇ ਮਹਾਰਾਜ ਪੁਰਖ ਕਿਵੇਂ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਿਰਭਉ ਹੋਣੇ ਕਰਕੇ ਭਾਈ ਸਭ ਥਾਵਾਂ ਤੇ ਪੂਰਨ ਹੋ ਰਿਹਾ ਹੈ। ਫਿਰ ਮਹਾਰਾਜ ਨਿਰਭਉ ਕਿਵੇਂ ਹੈ? ਹਜੂਰ ਕਹਿੰਦੇ ਨਿਰਵੈਰ ਹੋਣੇ ਕਰਕੇ। ਸੱਚੇ ਪਾਤਸ਼ਾਹ ਜੀ ਨਿਰਵੈਰ ਕਿਵੇਂ ਹੈ? ਮਹਾਰਾਜ ਕਹਿੰਦੇ ਅਕਾਲ ਮੂਰਤ ਹੋਣੇ ਕਰਕੇ। ਮਹਾਰਾਜ ਅਕਾਲ ਮੂਰਤ ਕਿਵੇਂ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਜਨਮਾ ਹੋਣੇ ਕਰਕੇ। ਤੇ ਮਹਾਰਾਜ ਅਜਨਮਾ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਸਹਿ ਭੰਗ ਸੁਤੇ ਪ੍ਰਕਾਸ਼ ਹੋਣੇ ਕਰਕੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਸਹਿ ਭੰਗ ਕਿਵੇਂ ਹੈ? ਹਜੂਰ ਕਹਿੰਦੇ ਗੁਰ ਚੇਤਨ ਹੋਣੇ ਕਰਕੇ। ਫਿਰ ਮਹਾਰਾਜ ਚੇਤਨ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਪ੍ਰਸਾਦ ਆਨੰਦ ਹੋਣੇ ਕਰਕੇ। ਆਨੰਦ ਸਰੂਪ ਹੋਣੇ ਕਰਕੇ ਮਹਾਰਾਜ ਕਹਿੰਦੇ ਉਹ ਚੇਤਨ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਫਿਰ ਮਹਾਰਾਜ ਕਹਿੰਦੇ ਜਪ ਉਹ ਜਪਣੇ ਯੋਗ ਹੈ। ਸਤਿਗੁਰੂ ਜੀ ਕਹਿੰਦੇ ਉਹ ਪੂਜਣੇ ਯੋਗ ਹੈ। ਇਹ ਬਾਣੀ ਦਾ ਨਾਮ ਸਤਿਗੁਰਾਂ ਜੀ ਨੇ ਧਰਨਾ ਕੀਤਾ। ਫਿਰ ਸਿੱਧਾ ਕਿਹਾ, ਮਹਾਰਾਜ ਕਾਲ ਤੇ 3 ਹੁੰਦੇ ਆ, ਤੁਸੀਂ 4 ਵਾਰੀ ਉਚਾਰਨ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਕਿਹਾ ਨਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਮਹਾਰਾਜ ਕਾਲ ਤੇ 3 ਹੈ ਤੇ ਤੁਸੀਂ 4 ਵਾਰੀ ਕਹਿਤਾ। ਹਜੂਰ ਕਹਿੰਦੇ ਜੇ 3 ਵਾਰੀ ਕਹਿੰਦੇ ਤੇ ਕਾਲ ਦੇ ਅਧੀਨ ਆਉਣਾ ਸੀ। ਉਹ ਕਾਲ ਤੋਂ ਸੁਤੰਤਰ ਹੈ। ਜਦੋਂ ਕਾਲ ਵੀ ਨਹੀਂ ਸੀਗਾ ਨਾ,
ਕਾਲ ਨੂੰ ਪੈਦਾ ਕਰਨ ਵਾਲਾ ਉਹ ਆਪ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੁਤੰਤਰ ਹੈ। ਤਾਂ ਇਸ ਕਰਕੇ ਕਿਹਾ ਕਿ ਜਦੋਂ ਕੁਝ ਵੀ ਨਹੀਂ ਸੀਗਾ, ਮਹਾਰਾਜ ਕਹਿੰਦੇ ਉਦੋਂ ਵੀ ਭਾਈ ਉਹ ਸੱਚ ਸੀਗਾ। ਜਦੋਂ ਸਭ ਰਚਨਾ ਦਾ ਉਸਨੇ ਪਸਾਰਾ ਪਸਾਰਿਆ ਏ, ਯੁਗਾਂ ਦੀ ਮਰਿਆਦਾ ਬੰਨੀ ਹੈ, ਉਦੋਂ ਵੀ ਮਹਾਰਾਜ ਕਹਿੰਦੇ ਸੱਚ ਸੀਗਾ। ਹੁਣ ਵੀ ਸਤਿਗੁਰੂ ਜੀ ਕਹਿੰਦੇ ਸੱਚ ਵੈ। ਨਿਸ਼ਚੇ ਵਾਚਕ ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਤਰਈ ਕਾਲ ਆਬਾਦ ਸਤ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਮੰਤਰ ਦਾ ਜਦੋਂ ਉਚਾਰਨ ਕੀਤਾ, ਫਿਰ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਵਾਰਾਂ ਦੇ ਅੰਦਰ ਜ਼ਿਕਰ ਕੀਤਾ ਹੈ, ਉਹ ਜਪਜੀ ਸਾਹਿਬ ਦੇ ਹਵਾਲਿਆਂ ਨਾਲ ਭਾਈ ਸਾਹਿਬ ਜੀ ਨੇ ਬਹੁਤ ਸੋਹਣਾ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ। ਜਿਵੇਂ ਜਿਵੇਂ ਅੱਗੇ ਪੌੜੀਆਂ ਦੁਆਰਾ ਜ਼ਿਕਰ ਆਵੇਗਾ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਮੇਰ ਪਰਬਤ ਨੂੰ ਹਜੂਰ ਤੁਰੇ ਸਨ, ਉਦੋਂ ਸਾਧ ਸੰਗਤ ਜੀ ਗੋਰਖਨਾਥ ਪਹਿਲਾਂ ਮਹਾਰਾਜ ਜੀ ਨੂੰ ਧਰਤੀ ਤੇ ਮਿਲ ਗਿਆ ਸੀਗਾ, ਦਰਸ਼ਨ ਹਜੂਰ ਦੇ ਕਰ ਗਿਆ ਸੀਗਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹਨੇ ਨਿਯੰਤਰਾ ਦੇ ਦਿੱਤਾ ਸੀ, ਮਹਾਰਾਜ ਸਮੇਰ ਤੇ ਆਓ। ਸਤਿਗੁਰੂ ਜੀ ਇਹਦੀ ਬੇਨਤੀ ਮੰਨ ਕਰਕੇ ਹੀ ਸਮੇਰ ਨੂੰ ਆ ਰਹੇ ਸੀ। ਤੇ ਜਦੋਂ ਸਮੇਰ ਪਰਬਤ ਤੇ ਪਤਾ ਲੱਗ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮੇਰ ਪਰਬਤ ਤੇ ਆ ਰਹੇ ਹੈ, ਤੇ ਬਾਕੀ ਜਿਹੜੇ ਸਿੱਧ ਸੀ ਉਹ ਫਿਰ ਆਪਸ ਵਿੱਚ ਚਰਚਾ ਕਰਨ ਲੱਗੇ। ਗੋਰਖਨਾਥ ਬਹਿ ਗਿਆ, ਸਭ ਦੇ ਅੰਦਰ ਚਰਚਾ ਹੋਣ ਲੱਗੀ। ਕਹਿੰਦੇ ਨਾਨਕ ਤਪੈ ਬੜੀ ਉਸਤਤ ਹੋ ਰਹੀ ਹੈ, ਬੜਾ ਸੰਸਾਰ 'ਚ ਜਸ ਫੈਲ ਰਿਹਾ ਹੈ, ਤੇ ਉਹ ਸਭ ਮਾਨੀ ਹੈ, ਹੰਕਾਰੀ ਹੈ, ਜਿਹੜਾ ਉਹ ਕੋਈ ਨਾ ਕੋਈ ਉੱਠ ਕਰਕੇ ਸਿੱਧ ਬੋਲਦਾ ਹੈ ਕਿ ਉਹਨਾਂ ਨੂੰ ਰੋਕਣਾ ਚਾਹੀਏ, ਇੱਧਰ ਨਹੀਂ ਆਉਣ ਦੇਣਾ ਚਾਹੀਦਾ। ਤੋ ਸਾਧ ਸੰਗਤ ਜੀ ਜਿੱਥੇ ਲੇਹ ਲਦਾਖ ਦੇ ਨਜ਼ਦੀਕ, ਜਿੱਥੋਂ ਚਾਈਨਾ ਦੀ ਅੱਗੇ ਹੱਦ ਸ਼ੁਰੂ ਹੁੰਦੀ ਹੈ, ਉੱਥੇ ਗੁਰਦੁਆਰਾ ਪੱਥਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਯਾਦਗਾਰ ਬਣਿਆ ਹੋਇਆ। ਦੈਂਤਾਂ ਦੀ ਉਹ ਧਰਤੀ ਮੰਨੀ ਗਈ। ਕਹਿੰਦੇ ਉਹ ਮਹਾਰਾਜ ਜੀ ਦੇ ਪੱਥਰ ਮਾਰਿਆ ਸੀ ਤੇ ਸਭ ਸਾਧ ਸੰਗਤ ਜੀ ਪੱਥਰ ਮੋਮ ਬਣ ਕੇ ਸਤਿਗੁਰਾਂ ਜੀ ਨੂੰ ਆ ਕਰਕੇ ਛੋਹਿਆ ਸੀਗਾ। ਤੇ ਜਿੱਥੇ ਜਿੱਥੇ ਹਜੂਰ ਦੇ ਸਰੀਰ ਨੂੰ ਛੋਹਿਆ ਸੀ, ਮਹਾਰਾਜ ਦੇ ਸਰੀਰ ਦਾ ਆਕਾਰ ਉਸ ਪੱਥਰ ਵਿੱਚ ਬਣਿਆ ਹੋਇਆ ਹੈ। ਇਸ ਕਰਕੇ ਉਸ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਪੱਥਰ ਸਾਹਿਬ ਹੈ। ਹਿੰਦੁਸਤਾਨ ਦੀ ਆਰਮੀ ਜਿਹੜੀ ਹੈ ਸਾਧ ਸੰਗਤ ਜੀ, ਉਧਰ ਸਿੱਖ ਆਬਾਦੀ ਨਾ ਹੋਣੇ ਕਰਕੇ ਆਪਣੇ ਤਰੀਕੇ ਨਾਲ ਉਥੋਂ ਦੇ ਸਥਾਨਕ ਲੋਕ ਉਸ ਅਸਥਾਨ ਦੀ ਪੂਜਾ ਕਰਦੇ ਹੈ, ਤੇ ਸਿੱਖ ਜਿਹੜੇ ਆ ਸਾਧ ਸੰਗਤ ਜੀ ਉੱਥੇ ਜਾ ਕਰਕੇ ਸੇਵਾ ਸੰਭਾਲ, ਜਿਹੜੇ ਆ ਆਰਮੀ ਦੇ ਸਿੱਖ ਰੈਜੀਮੈਂਟਾਂ ਵਿੱਚ ਉਸ ਅਸਥਾਨ ਦੀ ਸੰਭਾਲ ਕਰਦੇ ਆ। ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਯਾਤਰਾ ਦਾ ਬਹੁਤ ਵਿਸਥਾਰ ਲਿਖਿਆ ਹੈ। ਤੇ ਫਿਰ ਸਿੱਧ ਜਿਹੜੇ ਸੀ, ਜਦੋਂ ਉਹ ਕਹਿਣ ਕਿ ਨਹੀਂ ਇੱਧਰ ਇਹਨਾਂ ਨੂੰ ਆਉਣ ਦੇਣਾ ਚਾਹੀਦਾ, ਗੋਰਖਨਾਥ ਨੂੰ ਇੱਕ ਕਹੇ ਕਿ ਮੈਨੂੰ ਦਿਓ ਆਗਿਆ, ਮੈਂ ਰੋਕਾਂ ਜਾ ਕਰਕੇ, ਉਹ ਫਿਰ ਆਪੋ ਆਪਣੀ ਸਾਧ ਸੰਗਤ ਜੀ ਸ਼ਕਤੀ ਨਾਲ ਹਜੂਰ ਨੂੰ ਰੋਕਣ ਦਾ ਯਤਨ ਕਰਦੇ। ਕੋਈ ਪਹਿਲਾਂ ਤਾਂ ਸਵਾਲਾਂ ਦੀਆਂ ਇਹਨਾਂ ਨੇ ਇੰਨੀਆਂ ਵਿਛਾੜਾਂ ਕੀਤੀਆਂ, ਮਹਾਰਾਜ ਸਰੀਰ ਕੀ ਹੈ, ਕਿੰਨੀਆਂ ਧਾਤਾਂ ਨੇ, ਇਹਦੇ ਵਿੱਚ ਕਿੰਨੀਆਂ ਹਵਾਵਾਂ ਨੇ, ਤ੍ਰਿਕੁਟੀ ਕੀ ਹੈ, ਦਸਮ ਕਿੱਥੇ ਹੈ, ਕਿਵੇਂ ਖੁੱਲ੍ਹਦਾ ਹੈ, ਇਹ ਸਭ ਪ੍ਰਸ਼ਨ ਉੱਤਰ ਕਵੀ ਰਾਜ ਜੀ ਨੇ ਉੱਥੇ ਲਿਖੇ ਹੋਏ ਆ ਬੜੇ ਵਿਸਥਾਰ ਨਾਲ। ਹਜੂਰ ਨੇ ਇੱਕ ਇੱਕ ਪ੍ਰਸ਼ਨ ਦਾ ਉੱਤਰ ਦਿੱਤਾ। ਸਭ ਹਾਰ ਖਾ ਖਾ ਕੇ ਵਾਪਸ ਮੁੜਦੇ ਰਹੇ। ਇੱਕ ਨੇ ਜਿਹੜੀ ਸਿਲਾ ਤੇ ਮਹਾਰਾਜ ਬੈਠੇ ਸੀ, ਉਸ ਪੱਥਰ ਨੂੰ ਉਡਾਉਣ ਦਾ ਸ਼ਕਤੀ ਲਾ ਕੇ ਯਤਨ ਕੀਤਾ। ਸਭ ਸ਼ਕਤੀਆਂ ਲਾ ਕੇ ਜਦੋਂ ਹੰਭ ਗਿਆ ਤੇ ਫਿਰ ਚਰਨੀ ਪੈ ਕੇ ਵਾਪਸ ਪਰਤ ਗਿਆ। ਜਿਹੜਾ ਸਾਧ ਸੰਗਤ ਜੀ ਇੱਕ ਭੰਗਰਨਾਥ ਸੀ ਨਾ, ਉਸ ਨੇ ਫਿਰ ਗੋਰਖ ਨੂੰ ਪੁੱਛਿਆ ਕਿ ਸਾਰੇ ਹਾਰ ਖਾ ਖਾ ਕੇ ਆ ਰਹੇ ਐ, ਤੁਸੀਂ ਆਪ ਕਿਉਂ ਨਹੀਂ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਰੋਕਦੇ? ਗੋਰਖਨਾਥ ਨੇ ਕਿਹਾ ਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਰੋਕਣ ਦੇ ਕੋਈ ਸਮਰੱਥ ਨਹੀਂ, ਤੇ ਫਿਰ ਤੁਸੀਂ ਉਹਨਾਂ ਨੂੰ ਭੇਜਦੇ ਕਿਉਂ? ਗੋਰਖਨਾਥ ਕਹਿੰਦਾ ਹੰਕਾਰੀ ਹੈ ਸਾਰੇ, ਇਹਨਾਂ ਦਾ ਹੰਕਾਰ ਤੋੜਨਾ ਤਾਂ ਭੇਜ ਰਿਹਾ ਇਹਨਾਂ ਨੂੰ ਵਾਰ-ਵਾਰ। ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨਹੀਂ ਲੈਣੀ, ਨਹੀਂ ਤੇ ਪਹਿਲੋਂ ਇਹਨਾਂ ਦਾ ਹੰਕਾਰ ਤੋੜਨਾ, ਫਿਰ ਸਤਿਗੁਰੂ ਇੱਥੇ ਸਾਨੂੰ ਸਿੱਧਾ ਰਾਹ ਦਿਖਾਉਣ ਆ ਰਹੇ ਹੈ। ਤੇ ਇਹ ਸਾਰਾ ਪੰਥ ਜਿਹੜਾ ਨਾ ਹੁਣ ਯੋਗ ਮਤ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਅਨੁਸਾਰ ਚੱਲੇਗਾ। ਤੇ ਫਿਰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਾ ਚੜ੍ਹੇ ਜਦੋਂ ਸਮੇਰ ਦੇ ਉੱਤੇ ਗੁਰੂ ਬਾਬਾ ਜੀ, ਤੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਸ਼ਬਦ ਦੀ ਤਾਕਤ ਨਾਲ ਮਹਾਰਾਜ ਜੀ ਨੇ ਸਿੱਧ ਮੰਡਲੀ ਦੇ ਉੱਤੇ ਫਤਿਹ ਪਾਈ। ਇਹ ਬੜੇ ਬੜੇ ਸਾਧ ਸੰਗਤ ਜੀ ਵਿਦਵਾਨ ਦਸਮ ਜਿਹੜੇ ਸੀ ਦੁਆਰ ਦੇ ਅੰਦਰ,
ਬਿਰਤੀਆਂ ਚੜਾਉਣ ਵਾਲੇ ਸਿੱਧ ਪੁਰਸ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਸਵਾਲ ਕਰਨੇ ਇਹਨਾਂ ਨੇ ਆਰੰਭ ਕੀਤੇ ਐ। ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਜਿਵੇਂ ਇਹਨਾਂ ਨੇ ਸਵਾਲ ਕੀਤੇ ਆ ਹਜੂਰ ਉੱਤਰ ਦਿੰਦੇ ਆ। ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਚਾ ਸੋਚ ਨਾ ਹੋਵਾਏ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਪ੍ਰਸ਼ਨ ਕੀਤਾ ਸਿੱਧਾ ਨੇ, ਮਹਾਰਾਜ ਆਪ ਨਾਮ ਦੇ ਜਪਣ ਤੋਂ ਹੀ ਸਭ ਦੀ ਕਲਿਆਣ ਦੱਸਦੇ ਹੋ ਸੱਚੇ ਪਾਤਸ਼ਾਹ, ਔਰ ਸਾਡੇ ਮਤ ਵਿੱਚ ਤਾਂ ਮਹਾਰਾਜ ਜੀਵ ਦੀ ਕਲਿਆਣ ਵਾਸਤੇ 4 ਸਾਧਨ ਨੇ। ਸਤਿਗੁਰੂ ਜੀ ਕਹਿੰਦੇ ਦੱਸੋ ਭਾਈਓ ਕਿਹੜੇ ਸਾਧਨ ਮੈਂ? ਕਹਿੰਦੇ ਮਹਾਰਾਜ ਪਹਿਲਾ ਸਾਧਨ ਮੈਂ ਕਿ ਸੁੱਚ ਪਵਿੱਤਰਤਾ ਦੇ ਨਾਲ ਜੀਵ ਦਾ ਭਲਾ ਹੋ ਸਕਦਾ, ਉਹਦੀ ਕਲਿਆਣ ਹੋ ਸਕਦੀ ਹੈ, ਸਾਡਾ ਇਹ ਵੱਡਾ ਸਾਧਨ ਹੈ। ਜਿਵੇਂ ਸਾਧ ਸੰਗਤ ਜੀ ਜੋ ਇੱਕ ਇਹਨਾਂ ਦਾ ਪ੍ਰਸ਼ਨ ਹੈ ਨਾ, ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਇੱਕ ਪ੍ਰਸ਼ਨ ਨੂੰ ਸਤਿਗੁਰਾਂ ਜੀ ਨੇ ਉੱਤਰ ਰੂਪ ਦੇ ਅੰਦਰ ਉਹਨਾਂ ਨੂੰ ਤੋੜਦਿਆਂ ਹੋਇਆਂ ਸਤਿਗੁਰਾਂ ਜੀ ਨੇ ਸੱਚ ਦਾ ਮਾਰਗ ਦਰਸਾਇਆ ਗਰੀਬ ਨਵਾਜ਼ ਜੀ ਨੇ। ਕਿਉਂਕਿ ਸ੍ਰਿਸ਼ਟੀ ਸਾਧ ਸੰਗਤ ਜੀ ਅਧੋਗਤੀ ਨੂੰ ਜਾ ਰਹੀ ਸੀ। ਕਿਸੇ ਨੂੰ ਵੀ ਵਾਹਿਗੁਰੂ ਦੇ ਮਿਲਣ ਤੱਕ, ਵਾਹਿਗੁਰੂ ਦੇ ਪ੍ਰਕਾਸ਼ ਦੀ ਸਾਧ ਸੰਗਤ ਜੀ ਅਨੁਭਵੀ ਤਾਕਤ ਤੱਕ ਦਾ ਕੋਈ ਸਪਰਸ਼ ਨਹੀਂ ਸੀ। ਇਹ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਲਾ ਕੀਤਾ ਇਸ ਸੰਸਾਰ ਦਾ। ਹਜੂਰ ਨੇ ਜੀਆਂ ਨੂੰ ਅਨੁਭਵੀ ਪ੍ਰਕਾਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪਣੇ ਅੰਦਰ ਨੂੰ ਸਤਿਗੁਰਾਂ ਜੀ ਨੇ ਖੋਜਣ ਵਾਸਤੇ ਸਿੱਖਿਆ ਦਿੱਤੀ ਹੈ। ਗਰੀਬ ਨਵਾਜ਼ ਜੀ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦੇ ਨੇ ਕਿ ਸੁਚਮਤਾ ਦੇ ਨਾਲ ਅਸੀਂ ਜੀਵ ਨੂੰ ਸਚਿਆਰ ਕਰ ਸਕਦੇ ਹਾਂ, ਉਹਦੀ ਕਲਿਆਣ ਕਰ ਸਕਦੇ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸੋਚੈ ਸੋਚ ਨਾ ਹੋਵਈ। ਜਿੰਨੀ ਮਰਜ਼ੀ ਸੁੱਚ ਪਵਿੱਤਰਤਾ ਕੋਈ ਰੱਖ ਲਵੇ ਸਿੱਧੋ, ਇਹ ਸਰੀਰ ਦੀ, ਬਾਹਰੋਂ ਸਰੀਰ ਦੇ ਅਰਥ ਪਹਿਲੋਂ ਸਮਝਣੇ ਕਿ ਸਰੀਰ ਦੀ ਵੀ ਸੁਚਮਤਾ ਜਿਹੜੀ ਹੈ ਮਹਾਰਾਜ ਕਹਿੰਦੇ ਭਾਈ ਹੋ ਨਹੀਂ ਸਕਦੀ। ਜੇ ਸੋਚੇ ਲੱਖ ਵਾਰ, ਜੇ ਮਹਾਰਾਜ ਕਹਿੰਦੇ ਲੱਖਾਂ ਵਾਰੀ ਭਾਵੇਂ ਕੋਈ ਸਾਧ ਸੰਗਤ ਜੀ ਸੋਚੀ ਸੁੱਚ ਪਵਿੱਤਰਤਾ ਰੱਖੀ ਜਾਵੇ, ਜਿੰਨਾ ਮਰਜ਼ੀ ਆਪਣੇ ਸਰੀਰ ਨੂੰ ਧੋ ਲਵੇ ਮਾਂਜ ਲਵੇ, ਇਹ ਸਰੀਰ ਦੇ 9 ਦੁਆਰੇ ਜਿਹੜੇ ਆ ਇਹਨਾਂ ਰਾਹੀਂ ਗੰਦਗੀ ਰਸਦੀ ਰਹਿੰਦੀ ਹੈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਇਹ ਸਾਧ ਸੰਗਤ ਜੀ ਮਨੁੱਖਾ ਦੇਹ ਜਿਹੜੀ ਹੈ ਨਾ, ਹਜੂਰ ਕਹਿੰਦੇ ਪਾਣੀ ਦੇ ਧੋਣ ਨਾਲ ਪਵਿੱਤਰ ਨਹੀਂ ਹੋ ਸਕਦੀ। ਸਾਧ ਸੰਗਤ ਜੀ ਜੇ ਜਲ ਦੇ ਧੋਣ ਨਾਲ ਹੀ ਪਵਿੱਤਰ ਹੁੰਦੀ ਹੋਵੇ ਤੇ ਮਹਾਰਾਜ ਕਿਹਾ ਕਿ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੈ। ਡੱਡੂ ਤਾਂ ਫਿਰ ਰਹਿੰਦਾ ਹੀ ਪਾਣੀ 'ਚ, ਫਿਰ ਵੀ ਪਵਿੱਤਰ ਨਹੀਂ ਹੁੰਦਾ ਹੈ। ਇੱਕ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਸਮਝਾਉਣ ਵਾਸਤੇ। ਕਹਿੰਦੇ ਇੱਕ ਜੱਟ ਇਸ਼ਨਾਨ ਕਰਦਾ ਪਿਆ ਸੀ, ਬ੍ਰਾਹਮਣ ਨੇ ਆ ਕਰਕੇ ਕਿਹਾ, ਕਹਿੰਦਾ ਉਹ ਭਾਈ ਐਵੇਂ ਥੋੜਾ ਪਵਿੱਤਰ ਹੋਈਦਾ। ਕਹਿੰਦਾ ਮਹਾਰਾਜ ਮੈਨੂੰ ਦੱਸੋ ਕਿਵੇਂ ਪਵਿੱਤਰ ਹੋ ਸਕੀਦਾ। ਕਹਿੰਦੇ ਪਹਿਲੋਂ ਤੂੰ 1.25 ਮਣ ਮਿੱਟੀ ਲੈ ਕਰਕੇ ਆ ਤੇ ਫਿਰ 100 ਵਾਰੀ ਨਹਾ ਮਲ ਕਰਕੇ ਫਿਰ ਪਵਿੱਤਰ ਹੋਵੇਂਗਾ। ਕਹਿੰਦਾ ਅੱਛਾ ਮਹਾਰਾਜ ਦੱਸੋ ਤੁਸੀਂ ਵਿਧੀ ਪੂਰਵਕ, ਮੈਂ ਉਵੇਂ ਹੀ ਕਰਦਾ। ਉਹ ਸਾਰੀ 100 ਮਣ ਮਿੱਟੀ ਮਲ ਮਲ ਕੇ ਨਾਲ ਬ੍ਰਾਹਮਣ ਨੇ ਉਸ ਨੂੰ ਨਵਾਇਆ। ਜਦੋਂ ਉਸ ਇਸ਼ਨਾਨ ਕਰ ਲਿਆ 100 ਵਾਰੀ ਮਲ ਮਲ ਕੇ, ਤੇ ਉਹ ਜੱਟ ਚਲਾਕ ਸੀ, ਉਸਨੇ ਚੂਲੀ ਭਰ ਕੇ ਬ੍ਰਾਹਮਣ ਤੇ ਪਾਤੀ। ਕਹਿੰਦਾ ਓਹੋ ਝੂਠਾ ਕਰਤਾ ਮੈਨੂੰ ਸਾਰਾ ਤੂੰ। ਕਹਿੰਦਾ ਮਹਾਰਾਜ 100 ਵਾਰੀ ਨਹਾ ਕੇ ਵੀ ਅਜੇ ਮੈਂ ਸੁੱਚਾ ਨਹੀਂ ਹੋਇਆ, ਤੇ ਫਿਰ ਝੂਠੇ ਦਾ ਝੂਠਾ ਹੀ ਰਿਹਾ। ਦੇਹੀ ਦੇ ਧੋਣ ਨਾਲ ਵੀ ਸਾਧ ਸੰਗਤ ਜੀ ਦੇਹ ਸੁੱਚੀ ਨਹੀਂ ਹੁੰਦੀ ਹੈ। ਦੇਹ ਜਿਹੜੀ ਹੈ ਨਾ ਇਹ ਅਪਵਿੱਤਰ ਮੰਨੀ ਗਈ ਹੈ। ਇਸ ਕਰਕੇ ਸਤਿਗੁਰਾਂ ਜੀ ਨੇ ਇਹ ਸਾਧਨ ਜਿਹੜਾ ਬਾ ਦਲੀਲ ਤੋੜ ਦਿੱਤਾ। ਮਹਾਰਾਜ ਕਹਿੰਦੇ ਨੇ ਕਿ ਕਿੰਨੀ ਮਰਜ਼ੀ ਕੋਈ ਸਰੀਰ ਦੀ ਸੁਚਮਤਾ ਰੱਖੀ ਜਾਵੇ, ਸਰੀਰ ਸੁੱਚਾ ਨਹੀਂ ਰਹਿ ਸਕਦਾ। ਸਾਧ ਸੰਗਤ ਜੀ
ਇਸ ਦੇ ਪੱਖ ਵਿੱਚ ਮੈਂ ਪਹਿਲਾਂ ਬੇਨਤੀ ਇਹ ਕਰਦਿਆਂ, ਕਿਉਂਕਿ ਜਿਹੜੇ ਸਤਸੰਗਤ ਵਿੱਚ ਨਵੇਂ ਆਉਂਦੇ ਆ ਉਹ ਫਿਰ ਸੁਣ ਕੇ ਚਲੇ ਜਾਂਦੇ ਆ ਕਿ ਸੁਣਿਆ ਸੀਗਾ ਕਿ ਸੁਚਮਤਾ ਦੇ ਨਾਲ ਤਾਂ ਪਵਿੱਤਰ ਨਹੀਂ ਹੋਈਦਾ, ਤੇ ਇਹਦਾ ਅਰਥ ਇਹ ਨਹੀਂ ਹੁੰਦਾ ਕਿ ਗੰਦੇ ਮੰਦੇ ਹੱਥਾਂ ਨਾਲ ਜਿਹੋ ਜਿਹਾ ਮਰਜ਼ੀ ਖਾਈ ਜਾਵੋ ਤੇ ਜਿਹੋ ਜਿਹਾ ਮਰਜ਼ੀ ਭੈੜਾ ਜੀਵਨ ਜਿਹੜਾ, ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ, ਕੋਈ ਵੀ ਸਾਧ ਸੰਗਤ ਜੀ ਜਿਹੜੀ ਚੀਜ਼ ਆ ਉਹਨੂੰ ਹੱਥ ਲਾਓਗੇ ਉਹਦੇ ਵਿੱਚ ਬੈਕਟੀਰੀਆ ਆਪਣੇ ਤਰ੍ਹਾਂ ਦਾ ਹੁੰਦਾ ਹੈ, ਤੇ ਸਾਇੰਸ ਇਸ ਗੱਲ ਨੂੰ ਸਿੱਧ ਕਰ ਰਹੀ ਹੈ। ਹਜੂਰ ਨੇ ਇਹ ਆਗਿਆ ਦਿੱਤੀ ਹੈ ਕਿ ਭਾਈ ਸੁਚਮਤਾ ਦੇ ਨਾਲ ਭੋਜਨ ਛਕੋ, ਸੁਚਮਤਾ ਆਪਣੇ ਸਰੀਰ ਤੇ ਰੱਖੋ, ਪਰ ਇੱਕ ਮਾਤਰ ਇਹਨੂੰ ਇਹ ਸਾਧਨ ਨਾ ਸਮਝ ਲਵੋ ਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਕੇਵਲ ਇਹੀ ਸਾਧਨ ਹੈ। ਮਹਾਰਾਜ ਕਹਿੰਦੇ ਨਹੀਂ ਤਾਂ ਭਾਈ ਵੇਖੋ, ਜਿਹੜੀ ਇੱਕ ਉਂਗਲ ਹੈ ਉਹ ਉਂਗਲ ਅਖਵਾਉਂਦੀ ਹੈ, ਪੂਰਾ ਹੱਥ ਨਹੀਂ ਬਣ ਸਕਦੀ। ਸੁਚਮਤਾ ਰੱਖਣੀ ਕੇਵਲ ਇੱਕ ਸਾਧਨ ਜ਼ਰੂਰ ਹੋ ਸਕਦੀ ਹੈ, ਪਰ ਸਾਧ ਸੰਗਤ ਜੀ ਵਾਹਿਗੁਰੂ ਨੂੰ ਮਿਲਣ ਵਿੱਚ ਇਹ ਸੰਪੂਰਨ ਸਾਧਨ ਨਹੀਂ ਹੈ ਆਪਣੇ ਆਪ ਵਿੱਚ। ਇਸੇ ਕਰਕੇ ਜੇ ਅੰਦਰ ਪ੍ਰੀਤ ਨਾ ਲੱਗੀ ਹੋਵੇ ਤੇ ਸਾਧ ਸੰਗਤ ਜੀ ਬਾਹਰੋਂ ਸੁਚਮਤਾ ਰੱਖਣ ਨਾਲ ਕਰਮਕਾਂਡੀ ਹੋ ਜਾਈਦਾ ਹੈ, ਤੇ ਜਿਨ੍ਹਾਂ ਦੇ ਅੰਦਰ ਪ੍ਰੀਤ ਲੱਗੀ ਹੈ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ, ਉਹ ਫਿਰ ਇਹ ਸਾਰੇ ਹੀ ਸਾਧਨ ਸਾਧ ਸੰਗਤ ਜੀ ਕਰਦੇ ਆ। ਇਹ ਸਿੱਧਾਂ ਵਿੱਚ ਚੰਗੇ ਸਾਧਨ ਸੀਗੇ ਭਾਵੇਂ, ਪਰ ਮਹਾਰਾਜ ਕਹਿੰਦੇ ਸਿੱਧੋ ਹੀ ਵਾਹਿਗੁਰੂ ਨੂੰ ਮਿਲਣ ਵਿੱਚ ਨਹੀਂ ਨਾ ਸਹਾਈ ਹੁੰਦੇ। ਸਤਿਗੁਰੂ ਜੀ ਸਿਰੇ ਦੀ ਗੱਲ ਦੱਸ ਰਹੇ ਆ, ਵਾਹਿਗੁਰੂ ਨੂੰ ਮਿਲਣ ਦਾ ਭੇਦ ਮਹਾਰਾਜ ਜੀ ਦੱਸ ਰਹੇ ਆ। ਇਸ ਕਰਕੇ ਇਹ ਸਮਝਣਾ, ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੈ, ਗੁਰਮਤਿ ਦੀ ਮਰਿਆਦਾ ਤੋਂ ਦੂਰ ਹੋਣੇ ਕਰਕੇ ਸਾਧ ਸੰਗਤ ਜੀ ਬਹੁਤ ਸਾਰੀ ਘਰਾਂ ਵਿੱਚ ਵੀ ਝੂਠ ਵਰਤਦੀ ਹੈ। ਆਪਣੀਆਂ ਘਰਾਂ ਦੀਆਂ ਚਾਬੀਆਂ ਤੇ ਹੱਥਾਂ ਵਿੱਚ ਫੜੇ ਹੋਏ ਫੋਨ, ਗੱਡੀਆਂ ਦੇ ਉੱਤੇ ਜਿਹੜੇ ਸਟੀਅਰਿੰਗ ਵੈ, ਇਹ ਸਭ ਸਾਧ ਸੰਗਤ ਜੀ ਆਲਾ ਦੁਆਲਾ ਗੰਦਗੀ ਦੇ ਸਹਿਤ ਹੀ ਹੈ। ਜੇ ਗੁਰਸਿੱਖੀ ਵਾਲਾ ਜੀਵਨ ਨਾ ਜੀਵੀਏ, ਹੱਥ ਸੁੱਚੇ ਕਰਕੇ ਭੋਜਨ ਛਕਣਾ ਚਾਹੀਦਾ ਹੈ। ਜੋ ਮਨੁੱਖ ਵੈ ਇਹਨੂੰ ਸਤਿਗੁਰਾਂ ਜੀ ਨੇ ਮਨੁੱਖ ਬਣਨ ਦਾ ਉਪਦੇਸ਼ ਦਿੱਤਾ ਹੈ, ਨਹੀਂ ਤਾਂ ਫਿਰ ਜਾਨਵਰ ਤਾਂ ਨਹੀਂ ਨਾ ਸਾਧ ਸੰਗਤ ਜੀ ਆਪਣੇ ਹੱਥ ਪੈਰ ਧੋ ਸਕਦੇ। ਇਸ ਕਰਕੇ ਸਾਧ ਜੋ ਉਪਦੇਸ਼ ਵੈ ਉਹਨੂੰ ਇੱਕ ਮਾਤਰ ਸਮਝਣ ਦਾ ਯਤਨ ਕਰਨਾ, ਉਸ ਦੇ ਵਿੱਚੋਂ ਕਿਤੇ ਕੋਈ ਪੁੱਠਾ ਭਾਵ ਲੈ ਕਰਕੇ ਤੇ ਇਹ ਹਜੂਰ ਦੇ ਉਪਦੇਸ਼ ਦਾ ਸਾਧ ਸੰਗਤ ਜੀ ਫਿਰ ਦੁਰਵਰਤੋਂ ਕਰਨੀ ਹੈ। ਕਿਉਂਕਿ ਇੱਕ ਅੰਗ ਸੁਣ ਕਰਕੇ ਆਪਾਂ ਫਿਰ ਜੇ ਝੂਠ ਹੀ ਖਾਈ ਚਲੇ ਜਾਵਾਂਗੇ ਕਿ ਮਹਾਰਾਜ ਜੀ ਨੇ ਕਿਹਾ ਕਿ ਵੇਖੋ ਸੁਚਮਤਾ ਦੇ ਨਾਲ ਤਾਂ ਸੁਚਮਤਾ ਹੋ ਨਹੀਂ ਸਕਦੀ। ਹਜੂਰ ਤਾਂ ਦੇਹ ਦੀ ਦੱਸ ਰਹੇ ਹੈ ਕਿ ਦੇਹ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿੰਨੀ ਮਰਜ਼ੀ ਇਹਦੀ ਸੁਚਮਤਾ ਕਰ ਲਵੋ, ਫਿਰ ਵੀ ਇਸ ਸਰੀਰ ਦੇ ਅੰਦਰੋਂ ਸਾਧ ਸੰਗਤ ਜੀ ਅੱਖਾਂ ਵਿੱਚ ਗਿੱਢ ਆਈ ਹੁੰਦੀ ਹੈ ਤੇ ਕੰਨਾਂ ਵਿੱਚ ਵੀ ਮੈਲ ਆ ਜਾਂਦੀ ਹੈ। ਇਹ ਸਾਰੇ ਜਿਹੜੇ 9 ਦੁਆਰੇ ਆ ਨਾ, ਇਹਨਾਂ ਰਾਹੀਂ ਗੰਦਗੀ ਹੀ ਰਸਦੀ ਹੈ ਸਰੀਰ ਦੇ ਅੰਦਰ। ਇਹ ਕਦੇ ਪਵਿੱਤਰ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਕੋਈ ਜਿੰਨਾ ਮਰਜ਼ੀ ਸੁੱਚ ਪਵਿੱਤਰਤਾ ਜਿਹੜੀ ਹੈ ਉਹ ਰੱਖ ਲੈਣਾ ਕਰੇ। ਚੁੱਪ ਨਾ ਹੋਵੇ। ਫਿਰ ਕਹਿੰਦੇ ਮਹਾਰਾਜ ਦੂਸਰਾ ਸਾਧਨ ਸਾਡੇ ਕੋਲ ਹੈਗਾ ਕਿ ਜਿਹੜਾ ਇਸ ਪ੍ਰਕਾਰ ਮੌਨ ਰੱਖ ਕਰਕੇ, ਤੇ ਜੇ ਬੋਲੇ ਹੀ ਨਾ, ਮੌਨ ਰੱਖ ਕਰਕੇ ਉਹਦਾ ਹਿਰਦਾ ਸਚਿਆਰ ਹੋ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਚੁੱਪੈ ਚੁੱਪ ਨਾ ਹੋ ਬਈ। ਚੁੱਪ ਰਹਿਣ ਨਾਲ ਮਹਾਰਾਜ ਕਹਿੰਦੇ ਮੂੰਹ ਤੋਂ ਵੀ ਚੁੱਪ ਜਿਹੜੀ ਹੈ ਨਾ, ਇਹ ਸਰੀਰਕ ਅਰਥ ਸਮਝਣੇ ਕਿ ਮੂੰਹ ਤੋਂ ਵੀ ਸਾਧ ਸੰਗਤ ਜੀ ਚੁੱਪ ਜਿਹੜੀ ਆ ਉਹ ਰਹਿੰਦੀ ਨਹੀਂ ਹੈ। ਜੇ ਲਾਏ ਰਹਾ ਲਵਤਾਰ, ਚਾਹੇ ਤੇਲ ਧਾਰਾ ਦੀ ਤਰ੍ਹਾਂ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜੀ ਹੈ ਨਾ ਉਹ ਚੁੱਪ ਵੱਟ ਕਰਕੇ ਰੱਖੇ, ਪਰ ਫਿਰ ਵੀ ਚੁੱਪ ਨਹੀਂ ਰਹਿ ਸਕਦਾ ਹੈ। ਪ੍ਰਤੱਖ ਵੀ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸਿੰਘਾਂ ਉਸਤਤ ਬੜੀ ਕੀਤੀ। ਮਹਾਰਾਜ ਮੋਨੀ ਰਾਜ 12 ਸਾਲ ਹੋ ਗਏ ਮੌਨ ਰੱਖਿਆ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਨਾਮ ਦੇ ਜਪਣ ਨਾਲ ਹੀ ਭਲਾ ਹੈ, ਮੌਨ ਰੱਖਣ ਨਾਲ ਭਲਾ ਨਹੀਂ ਹੁੰਦਾ। ਮਹਾਰਾਜ ਬੋਲੇ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਬੁਲਾ ਦਈਏ। ਹਾਂ ਮਹਾਰਾਜ ਦਿਖਾਓ। ਸਤਿਗੁਰੂ ਜੀ ਤੇ ਸਮੇਂ ਉੱਚੀ ਪੁਕਾਰ ਕੇ ਇੱਕ ਸਿੰਘ ਨੂੰ ਆਵਾਜ਼ ਮਾਰੀ। ਮਹਾਰਾਜ ਕਹਿੰਦੇ ਭਾਈ ਸਿੰਘਾ ਲਾਗੇ ਆ। ਹਾਂਜੀ ਮਹਾਰਾਜ। ਸਤਿਗੁਰੂ ਕਹਿੰਦੇ ਮੋਨੀ ਰਾਜ ਦੀ ਖੂਬ ਸੇਵਾ ਕਰ ਲੈ ਜਾ ਨਾਲ। ਤੁਰਨ ਲੱਗਿਆ ਹਜੂਰ ਨੇ ਕਹਿਤਾ ਜਥਾ ਸ਼ਕਤ ਸੇਵਾ ਕਰੀ, ਕੋਈ ਗੱਲ ਨਹੀਂ, ਕਿਉਂਕਿ ਮਹਾਰਾਜ ਪਾਜ ਲਾਉਣਾ ਸੀ ਨਾ। ਉਹਦੇ ਘਰ ਇੱਕ ਸੁੱਕਾ ਪ੍ਰਸ਼ਾਦਾ ਸੀਗਾ, ਉਹ ਭੇਟ ਕੀਤਾ, ਨਾਲ ਲੱਸੀ ਦਾ ਜਿਹੜਾ ਛੰਨਾ ਸੀ ਉਹ ਅੱਗੇ ਰੱਖਿਆ। ਮੋਨੀ ਦੀਆਂ ਅੱਖਾਂ ਲਾਲ ਹੋ ਗਈਆਂ।
ਕਿ ਇਹ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਸੇਵਾ ਬੜੀ ਕਰੀਏ ਕਿ ਸੁੱਕਾ ਪ੍ਰਸਾਦਾ ਲਿਆ ਅੱਗੇ ਰੱਖਿਆ। ਉਹਨੇ ਲੱਸੀ ਦਾ ਛੰਨਾ ਡੋਲਤਾ, ਗੁੱਸੇ ਨਾਲ ਕੁੱਤੇ ਨੂੰ ਰੋਟੀ ਪਾਤੀ। ਬੜਾ ਕ੍ਰੋਧ ਆਇਆ ਉਸ ਨੂੰ ਕਿ ਵੇਖੋ ਗੁਰੂ ਸਾਹਿਬ ਨੇ ਮੇਰਾ ਸਤਿਕਾਰ ਕੀਤਾ ਹੈ ਤੇ ਸਿੱਖ ਮੇਰੀ ਕੀ ਨਰਾਦਰੀ ਕਰ ਰਿਹਾ ਹੈ। ਅਗਲੇ ਦਿਨ ਦਰਬਾਰ ਵਿੱਚ ਮਹਾਰਾਜ ਦੇ ਸਤਿਗੁਰਾਂ ਜੀ ਨੇ ਸਿੱਖ ਨੂੰ ਪੁੱਛਿਆ, ਭਾਈ ਸਿੱਖਾ ਸੇਵਾ ਕੀਤੀ ਸੀ? ਤੇ ਸਿੱਖ ਵੀ ਸੱਚ ਬੋਲਿਆ, ਜਥਾ ਸ਼ਕਤ ਹੁੰਦੀ ਜਿੰਨੀ ਪਹੁੰਚ ਪਵੇ। ਸਿੱਖ ਕਹਿੰਦਾ ਮਹਾਰਾਜ ਹਾਂ ਜਥਾ ਸ਼ਕਤ ਸੇਵਾ ਕੀਤੀ ਹੈ। ਮੋਨੀ ਉਸੇ ਵੇਲੇ ਬੋਲ ਪਿਆ, ਕਹਿੰਦਾ ਮਹਾਰਾਜ ਝੂਠ ਬੋਲਦਾ ਏ, ਇਹਨੇ ਸੁੱਕੀ ਰੋਟੀ ਦਿੱਤੀ ਮੈਨੂੰ। ਹਜੂਰ ਵੀ ਹੱਸ ਪਏ ਤੇ ਸਿੰਘ ਵੀ ਹੱਸ ਪਏ। ਮਹਾਰਾਜ ਕਹਿੰਦੇ ਵੇਖਿਆ ਇਹਦਾ ਮੌਨ, ਮੂੰਹ ਤੋਂ ਹੀ ਬੋਲ ਪਿਆ। ਸਾਧ ਸੰਗਤ ਜੀ, ਇਉਂ ਚੁੱਪ ਜਿਹੜੀ ਹੈ ਨਾ ਉਹ ਜੀਵ ਕੋਲੋਂ ਰਹਿ ਨਹੀਂ ਸਕਦੀ ਹੈ। ਸਤਿਗੁਰੂ ਜੀ ਕਹਿੰਦੇ ਮੌਨ ਧਾਰਨ ਦੇ ਨਾਲ ਵੀ ਮੌਨ ਜਿਹੜੀ ਆ ਮੂੰਹ ਦੀ ਵੀ ਸਤਿਗੁਰੂ ਜੀ ਕਹਿੰਦੇ ਟੁੱਟ ਜਾਂਦੀ, ਭਾਵੇਂ ਕਿੰਨੀ ਤੇਲ ਧਾਰਾ ਦੀ ਤਰ੍ਹਾਂ ਚੁੱਪ ਵੱਟ ਕੇ ਰੱਖੇ। ਭੁੱਖ ਨਾ ਉਤਰੇ। ਫਿਰ ਸਾਧ ਸੰਗਤ ਜੀ ਜਿਹੜਾ ਭੁੱਖਾ ਪੁਰਸ਼ ਵੈ ਉਹਦੀ ਮਹਾਰਾਜ ਕਹਿੰਦੇ ਭਾਈ ਭੁੱਖ ਨਹੀਂ ਉਤਰਦੀ ਆ, ਪੇਟ ਦੀ ਭੁੱਖ ਦੀ ਬਾਬਤ ਸਮਝਣਾ। ਜੇ ਬੰਨਾ ਪੁਰੀਆਂ ਪਹਾਰ। ਮਹਾਰਾਜ ਕਹਿੰਦੇ ਭਾਈ ਭਾਵੇਂ ਪੁਰੀਆਂ ਦਾ ਸ਼ਹਿਰਾਂ ਦਾ ਭਾਰ ਜਿਹੜਾ ਬੰਨ ਦਈਏ, ਭਾਵ ਉਹਨੂੰ ਦੇ ਦਈਏ, ਤਾਂ ਵੀ ਸਾਧ ਸੰਗਤ ਜੀ ਜਿਹੜੇ ਜਿਵੇਂ ਅਸੀਂ ਪ੍ਰਸ਼ਾਦਾ ਛਕਦੇ ਆ, ਕਿ ਇੱਕ ਵਾਰੀ ਪ੍ਰਸ਼ਾਦਾ ਛਕਣ ਨਾਲ ਸਾਡੀ ਭੁੱਖ ਉਤਰ ਜਾਂਦੀ ਹੈ? ਨਹੀਂ, ਫਿਰ ਲੱਗ ਜਾਂਦੀ ਹੈ ਸ਼ਾਮ ਨੂੰ। ਮਹਾਰਾਜ ਕਹਿੰਦੇ ਭਾਈ ਇਹ ਸਰੀਰ ਦੇ ਅੰਦਰ ਜਿਹੜੀ ਹੈ ਨਾ ਭੁੱਖੇ ਰਹਿਣ ਨਾਲ, ਜਿਵੇਂ ਉਹਨਾਂ ਕਿਹਾ ਕਿ ਮਹਾਰਾਜ ਸਾਡੇ ਕੋਲ ਤੀਸਰਾ ਸਾਧਨ ਹੈ ਕਿ ਵਰਤ ਰੱਖ ਕਰਕੇ ਅਸੀਂ ਜੀਵ ਦਾ ਹਿਰਦਾ ਸਚਿਆਰ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਭੁੱਖਿਆਂ ਰਹਿਣ ਦੇ ਨਾਲ ਤੇ ਭੁੱਖ ਜਿਹੜੀ ਆ ਉਤਰ ਨਹੀਂ ਸਕਦੀ ਹੈ, ਭਾਵੇਂ ਕਿੰਨਾ ਮਰਜ਼ੀ ਉਹਨਾਂ ਨੂੰ ਪਦਾਰਥ ਦੇ ਦਿਓ ਤਾਂ ਵੀ ਭੁੱਖ ਜਿਹੜੀ ਉਹ ਸਰੀਰ ਦੇ ਅੰਦਰ ਬਰਕਰਾਰ ਹੀ ਰਹਿੰਦੀ ਆ। ਸਹਸ ਸਿਆਣਪਾ ਲੱਖ ਹੋਏ। ਚੌਥਾ ਸਾਧਨ ਕਹਿੰਦੇ ਆ ਕਿ ਮਹਾਰਾਜ ਜੀ ਅਸੀਂ ਵੇਦ ਸ਼ਾਸਤਰਾਂ ਦੀ ਵਿਦਿਆ ਦੇ ਨਾਲ ਜੀਵ ਦਾ ਹਿਰਦਾ ਸਚਿਆਰ ਕਰ ਦਿਆਂਗੇ, ਇਹਦਾ ਤੁਹਾਡੇ ਕੋਲ ਤੋੜ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਨਹੀਂ ਸਿੱਧੋ, ਇਹ ਵੀ ਤੁਹਾਡੀ ਗੱਲ ਕਾਰਗਰ ਨਹੀਂ ਹੁੰਦੀ। ਜਿਹੜਾ ਇਹ ਵਿਦਵਾਨ ਬਣ ਜਾਣਾ, ਗਿਆਨ ਪੜ੍ਹ ਲੈਣਾ, ਸਤਿਗੁਰੂ ਜੀ ਕਹਿੰਦੇ ਨੇ ਲੱਖਾਂ ਹੀ ਹਜ਼ਾਰਾਂ ਸਿਆਣਪਾਂ ਕੋਲ ਆ ਜਾਣ ਤਾਂ ਇੱਕ ਨਾ ਚੱਲੈ ਨਾਲ। ਸਤਿਗੁਰੂ ਜੀ ਕਹਿੰਦੇ ਕਾਲ ਦੇ ਨਾਲ ਤਾਂ ਇੱਕ ਵੀ ਸਿਆਣਪ ਨਹੀਂ ਚੱਲਦੀ। ਕੋਈ ਵੀ ਸਿਆਣਪ ਕਾਲ ਦੇ ਨਾਲ ਮਹਾਰਾਜ ਕਹਿੰਦੇ ਭਾਈ ਨਹੀਂ ਚੱਲ ਸਕਦੀ। ਉਹ ਅਫਲਾਤੂ ਦਾ ਜ਼ਿਕਰ ਕਰਦੇ ਹੁੰਦੇ ਆ, ਕਹਿੰਦੇ ਬੜਾ ਚਲਾਕ ਸੀ, ਜਦੋਂ ਮੌਤ ਆਈ ਨਾ ਉਹਨੇ ਆਪਣੇ ਵਰਗੀਆਂ ਮੂਰਤਾਂ ਬਣਾ ਲਈਆਂ। ਹੁਣ ਮੌਤ ਨੂੰ ਪਤਾ ਨਾ ਲੱਗੇ ਯਮ ਨੂੰ ਕਿ ਕਿਹੜਾ ਅਫਲਾਤੂ ਹੈ। ਉਹ ਫਿਰ ਮੁੜ ਗਏ ਧਰਮਰਾਜੇ ਕੋਲ, ਕਹਿੰਦੇ ਉਹ ਪਤਾ ਹੀ ਨਹੀਂ ਲੱਗਦਾ ਤੇ ਮਾਰੀਏ ਕਿਹਨੂੰ। ਇੱਕੋ ਜੀਆਂ ਤਸਵੀਰਾਂ ਬਣਾਤੀਆਂ ਉਹਨੇ ਸਾਰੀਆਂ। ਧਰਮਰਾਜਾ ਕਹਿੰਦਾ ਸਭ ਨੂੰ ਸਲਾਉਂਦੇ ਜਾਇਓ, ਇੱਕ 'ਚ ਨੁਕਸ ਕੱਢਿਓ ਕਿ ਆਹ ਨੱਕ ਨਹੀਂ ਠੀਕ, ਕੰਨ ਖਰਾਬ ਬਣਾਤੇ। ਉਹਨਾਂ ਐਵੇਂ ਹੀ ਕੀਤਾ। ਜਾ ਕੇ ਕਹਿਣ ਲੱਗੇ ਬੜੀਆਂ ਸੋਹਣੀਆਂ, ਕਿਆ ਕਮਾਲ ਕੀਤੀ। ਕਰਦੇ ਕਰਦੇ ਕਹਿਣ ਲੱਗੇ ਆ ਕੰਨ ਖਰਾਬ ਬਣੇ ਆ, ਨੱਕ ਨਹੀਂ ਠੀਕ ਬਣਿਆ। ਤੇ ਉਹ ਫਲਾਤੂ ਵਿੱਚੋਂ ਆਵਾਜ਼ ਦੇ ਕੇ ਕਹਿੰਦਾ ਕੌਣ ਹੈ ਤੂੰ ਮੇਰੀ ਬਣਾਈ ਨੂੰ ਨਿੰਦਣ ਵਾਲਾ? ਕਹਿੰਦੇ ਤੈਨੂੰ ਹੀ ਲੱਭ ਦੇਸਾਂ, ਆ ਜਾ। ਇਹ ਸਾਧ ਸੰਗਤ ਜੀ ਕਿੰਨਾ ਸਿਆਣਾ ਹੋਵੇ ਨਾ ਤੇ ਉਹ ਕਾਲ ਦੇ ਅੱਗੇ ਕੋਈ ਸਿਆਣਪ ਨਹੀਂ ਚੱਲਦੀ। ਸਾਰੀਆਂ ਹੀ ਸਿਆਣਪਾਂ ਜਿਹੜੀਆਂ ਉੱਥੇ ਫੇਲ ਹੋ ਜਾਂਦੀਆਂ। ਮਹਾਰਾਜ ਕਹਿੰਦੇ ਭਾਈ ਕਾਲ ਸਭ ਨੂੰ ਇੱਕੋ ਜਿਹਾ ਹੀ ਮਾਰਦਾ ਹੈ, ਰਾਜਾ ਪ੍ਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਕੋਈ ਸਿਆਣਪ ਨਹੀਂ ਚੱਲਦੀ ਆ। ਇੱਕ ਨਾ ਚੱਲੈ ਨਾਲ। ਇੱਕ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਲ ਨਹੀਂ ਚੱਲ ਸਕਦੀ। ਕਿਵ ਸਚਿਆਰਾ ਹੋਈਐ। ਫਿਰ ਇਹ ਕਹਿੰਦੇ ਆ ਮਹਾਰਾਜ ਕਿਸ ਤਰ੍ਹਾਂ ਸਚਿਆਰ ਹੋ ਸਕੀਦਾ ਏ। ਕਿਵ ਕੂੜਾ ਟੁੱਟੈ ਪਾਲ। ਤੇ ਮਹਾਰਾਜ ਕਿਸ ਤਰ੍ਹਾਂ ਅੰਦਰੋਂ ਝੂਠ ਦੀ ਕੰਧ ਜਿਹੜੀ ਆ ਉਹ ਪਾਲ ਜਿਹੜੀ ਹੈ ਵੱਟ, ਉਹ ਕਿਵੇਂ ਨਾਸ਼ ਹੋ ਸਕਦੀ ਹੈ, ਕਿਵੇਂ ਡਿੱਗ ਸਕਦੀ ਆ। ਹੁਕਮ ਰਜਾਏ ਚੱਲਣਾ। ਮਹਾਰਾਜ ਕਹਿੰਦੇ ਭਾਈ ਜੋ ਰਜਾ ਦਾ ਮਾਲਕ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਚਾਹੀਦਾ ਏ। ਨਾਨਕ ਲਿਖਿਆ ਨਾਲ। ਹਜ਼ੂਰ ਫਰਮਾਉਂਦੇ ਜਿਹੜਾ ਜੀਵ ਦੇ ਨਾਲ ਲਿਖਿਆ ਜਾ ਚੁੱਕਾ ਹੈ। ਸਭ ਜੀਵ ਜਿਹੜੇ ਆ ਹੁਕਮ ਦੇ ਅੰਦਰ ਵਰਤ ਰਹੇ ਐ। ਤੋ ਇਸੇ ਪ੍ਰਕਾਰ ਹੀ ਪੌੜੀ ਆਰੰਭ ਤੋਂ ਸੋਚ ਨਾ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਐ ਕਿ ਸਿੱਧੋ ਜਿਹੜਾ ਤੁਸੀਂ ਸੁਚਮਤਾ ਦਾ ਸਾਧਨ ਦੱਸਦੇ ਹੋ ਨਾ, ਬਾਹਰੋਂ ਸਰੀਰ ਦੀ ਸੁਚਮਤਾ ਰੱਖਣੇ ਕਰਕੇ ਸਰੀਰ ਦੀ ਸੁਚਮਤਾ ਨਹੀਂ ਰਹਿੰਦੀ। ਇਹ ਆਪ ਜੀ ਨੇ ਪਹਿਲਾ ਅਰਥ ਸਰਵਣ ਕੀਤਾ।
ਸਾਧ ਸੰਗਤ ਜੀ, ਸਰੀਰ ਦੀ ਸੁਚਮਤਾ ਕਰਕੇ ਮਨ ਦੀ ਸੁਚਮਤਾ ਵੀ ਨਹੀਂ ਰਹਿੰਦੀ। ਜੇ ਕੋਈ ਕਹੇ ਕਿ ਮੈਂ ਸਰੀਰ ਦੀ ਸੁਚਮਤਾ ਰੱਖ ਕਰਕੇ ਮਨ ਮੇਰਾ ਸੁੱਚਾ ਹੋ ਜਾਵੇਗਾ, ਇਵੇਂ ਸਾਧ ਸੰਗਤ ਜੀ ਕਦਾ ਵੀ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਬਾਹਰੋਂ ਸੁੱਚ ਪਵਿੱਤਰਤਾ ਰੱਖਣ ਦੇ ਨਾਲ ਕਿਸੇ ਪ੍ਰਕਾਰ ਵੀ ਜਿਹੜਾ ਨਾ ਮਨ ਸੁੱਚਾ ਨਹੀਂ ਹੁੰਦਾ। ਜੇ ਸੋਚੇ ਲੱਖ ਵਾਰ, ਜੇ ਭਾਵੇਂ ਲੱਖਾਂ ਵਾਰ ਬਾਹਰੋਂ ਸੁੱਚ ਪਵਿੱਤਰਤਾ ਰੱਖੀ ਜਾਈਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਕੁਰੂਕਸ਼ੇਤਰ ਮਹਾਰਾਜ ਜੀ ਨੇ ਚਰਨ ਪਾਏ, ਸਤਿਗੁਰਾਂ ਜੀ ਨੇ ਜਦੋਂ ਜਲ ਸਾਧ ਸੰਗਤ ਜੀ ਆਪ ਦੇ ਖੇਤਾਂ ਵੱਲ ਨੂੰ ਸਿੰਚਿਆ ਸੀ ਤੇ ਉਹਨਾਂ ਦਾ ਉਹ ਤੋੜਿਆ ਸੀ ਭਰਮ, ਜਿਹੜੇ ਪਿਤਰਾਂ ਨੂੰ ਪਾਣੀ ਦਿੰਦੇ ਸੀਗੇ। ਮਹਾਰਾਜ ਕਹਿੰਦੇ, ਭਾਈ ਅਸੀਂ ਆਪ ਦੀ ਖੇਤੀ ਨੂੰ ਪਹੁੰਚਾਉਨੇ ਆ। ਕਿ ਹੱਸ ਪਏ, ਕਹਿੰਦੇ ਏਡੀ ਦੂਰ ਕਿਵੇਂ ਪਹੁੰਚ ਜੂ। ਮਹਾਰਾਜ ਕਹਿੰਦੇ, ਜੇ ਤੁਹਾਡਾ ਪਹੁੰਚ ਸਕਦਾ ਉੱਥੇ ਸੂਰਜ ਨੂੰ ਚੜਾਉਨੇ ਹੋ ਜਾਂ ਪਿਤਰਾਂ ਨੂੰ ਚੜਾਉਨੇ ਹੋ, ਤੇ ਸਾਡਾ ਇਸ ਧਰਤੀ ਤੇ ਨਹੀਂ ਜਾ ਸਕਦਾ। ਫਿਰ ਸਤਿਗੁਰਾਂ ਜੀ ਦੇ ਚਰਨੀ ਲੱਗੇ, ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਵਾਸਤੇ ਪਾਕ ਰਸੋਈ ਬਣਾਈ। ਮਹਾਰਾਜ ਬੜੀ ਪਵਿੱਤਰ ਰਸੋਈ ਬਣਾਈ, ਆਪ ਕਿਰਪਾ ਕਰਕੇ ਛਕੋ। ਸਤਿਗੁਰੂ ਜੀ ਕਹਿੰਦੇ, ਭਾਈ ਇਹ ਤਾਂ ਸਾਰਾ ਕੁਝ ਤੁਹਾਡਾ ਝੂਠਾ ਹੋਇਆ ਪਿਆ। ਕਹਿੰਦੇ, ਮਹਾਰਾਜ ਲੱਕੜਾਂ ਧੋਤੀਆਂ, ਅਨਾਜ ਮਹਾਰਾਜ ਇਸ ਪ੍ਰਕਾਰ ਉਹ ਸੱਤ ਸਿੱਧਾ ਅਨਾਜ ਵੈ ਤੇ ਧੋ ਮਾਂਜ ਕੇ ਸਭ ਕੁਝ ਬਣਾਇਆ। ਇਹ ਮਹਾਰਾਜ ਕਿਵੇਂ ਆਪ ਝੂਠਾ ਕਹਿੰਦੇ ਹੋ? ਮਹਾਰਾਜ ਕਹਿੰਦੇ ਨੇ, ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਇਹ ਅੰਦਰ ਦੀ ਹਾਲਤ ਦੱਸੀ ਹੈ ਮਹਾਰਾਜ ਨੇ। ਬਾਹਰੋਂ ਤੇ ਬੜੀ ਉਹਨਾਂ ਨੇ ਸਾਧ ਸੰਗਤ ਜੀ ਚਾਰ ਕਾਰਾਂ ਵੀ ਕੱਢ ਲਈਆਂ ਨੇ ਤੇ ਇੰਨੀ ਸੁਚਮਤਾ ਦੇ ਨਾਲ ਭੋਜਨ ਤਿਆਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਇਹ ਸਾਧ ਸੰਗਤ ਜੀ ਬ੍ਰਾਹਮਣ ਮਤ ਵਿੱਚ ਨਾ ਨੀਵੀਂ ਜਾਤ, ਉਹਨੂੰ ਕੋਈ ਕੋਲੋਂ ਦੀ ਵੀ ਲੰਘ ਜੇ ਤੇ ਪਿਟਿਆ ਮੰਨਦੇ ਆ। ਤੇ ਸਤਿਗੁਰੂ ਜੀ ਕਹਿੰਦੇ, ਭਾਈ ਕਬੁੱਧ ਡੂਮਣੀ, ਡੂਮ ਮਰਾਸ਼ੀ ਨੂੰ ਕਹਿੰਦੇ ਆ, ਤੇ ਮਰਾਸ਼ੀ ਦੀ ਘਰਵਾਲੀ ਨੂੰ ਮਰਾਸ਼ਣ ਕਿਹਾ ਜਾਂਦਾ। ਡੂਮਣੀ ਮਰਾਸ਼ਣ। ਮਹਾਰਾਜ ਨੇ ਕਿਹਾ, ਖੋਟੀ ਬੁੱਧੀ ਜਿਹੜੀ ਤੁਹਾਡੇ ਅੰਦਰ ਵਸੀ ਹੋਈ ਹੈ ਨਾ, ਵਕਾਰਾਂ ਵਾਲੀ, ਮਹਾਰਾਜ ਕਹਿੰਦੇ ਇਹ ਤਾਂ ਮਰਾਸ਼ਣ ਬਿਠਾਈ ਹੋਈ ਹੈ ਤੁਸਾਂ ਇਸ ਚੌਂਕੇ ਦੇ ਅੰਦਰ, ਤੇ ਅਸੀਂ ਪ੍ਰਸ਼ਾਦਾ ਤੁਹਾਡਾ ਕਿਵੇਂ ਛਕ ਲਈਏ? ਕਬੁੱਧ ਡੂਮਣੀ ਕੁਦਾਇਆ ਕਸਾਇਣ। ਜਿਹੜਾ ਸਾਧ ਸੰਗਤ ਜੀ ਕਸਾਈ ਹੁੰਦਾ ਹੈ ਨਾ, ਉਹਦੀ ਘਰਵਾਲੀ ਨੂੰ ਕਸਾਇਣ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਇਸ ਪ੍ਰਕਾਰ ਜਿਹੜੀ ਖੋਟੀ ਦਇਆ ਭਾਵ, ਜੀਆਂ ਦੇ ਉੱਤੇ ਤੁਹਾਨੂੰ ਦਇਆ ਨਹੀਂ ਆਉਂਦੀ, ਰਹਿਮ ਨਹੀਂ ਕਰਦੇ, ਕਦੇ ਕਿਸੇ ਦਾ ਦਿਲ ਤੋੜ ਦਿੱਤਾ, ਕਦੇ ਕਿਸੇ ਨਾਲ ਈਰਖਾ ਨਾਲ ਬੋਲ ਪਏ, ਇਹ ਜਿਹੜੀ ਉਹ ਦਇਆ ਨਾ, ਦਿਲਾਂ ਨੂੰ ਢਾਈ ਜਾਣਾ, ਬੁਰਾ ਬੋਲੀ ਜਾਣਾ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਕਸਾਇਣ ਬੈਠੀ ਹੋਈ ਅੰਦਰ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਤੇ ਪਰਾਏ ਦੀ ਨਿੰਦਾ ਕਰੀ ਜਾਣੀ। ਜਦੋਂ ਵੇਖੋ ਉਦੋਂ ਹੀ ਨਿੰਦਾ, ਤੇ ਜਦੋਂ ਪਰ ਨਿੰਦਾ ਕਰ ਰਹੇ ਹੋ, ਮਹਾਰਾਜ ਕਹਿੰਦੇ ਇਹ ਹਿਰਦੇ ਦੇ ਅੰਦਰ ਚੂੜੀ ਬਿਠਾਈ ਹੋਈ ਹੈ। ਤੇ ਮੁੱਠੀ ਕ੍ਰੋਧ ਚੰਡਾਲ। ਸੱਚੇ ਪਾਤਸ਼ਾਹ ਜੀ ਕਹਿੰਦੇ, ਕ੍ਰੋਧ ਰੂਪੀ ਚੰਡਾਲਣੀ ਬੈਠੀ ਹੋਈ ਆ ਅੰਦਰ। ਤੇ ਕਾਰੀ ਕੱਢੀ ਕਿਆ ਥੀ ਹੈ, ਇਹ ਲੀਕਾਂ ਕੱਢੀਆਂ ਬਾਹਰੋਂ ਕੀ ਕਰੂਗੀਆਂ? ਰੱਖੀ ਹੋਈ ਸੁਚਮਤਾ ਕੀ ਕਰੇਗੀ? ਜਾਂ ਚਾਰੇ ਬੈਠੀਆਂ ਨਾਲ, ਜਾਂ ਇਹ ਚਾਰੇ ਹੀ ਨਾਲ ਬੈਠੀਆਂ ਹੋਈਆਂ ਨੇ। ਦੱਸੋ ਉਹ ਜੀਵ ਦਾ ਹਿਰਦਾ ਸਚਿਆਰ ਹੋ ਜਾਵੇਗਾ? ਹਜੂਰ ਕਹਿੰਦੇ, ਇਵੇਂ ਦਿਲ ਮਨ ਸੁੱਚਾ ਨਹੀਂ ਹੁੰਦਾ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ, ਮਨ ਦੇ ਸੁਚਮਤਾ ਵਾਸਤੇ ਸ਼ਬਦ ਦੀ ਕਮਾਈ ਹੈ। ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣਾ ਪਵੇਗਾ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਪਵੇਗਾ। ਫਿਰ ਅੰਦਰ ਦੀ ਇਹ ਗਤ ਸਾਧ ਸੰਗਤ ਜੀ ਸਾਰੀ ਸੁਧਰਦੀ ਹੈ। ਮਹਾਰਾਜ ਕਹਿੰਦੇ ਨੇ, ਇਹ ਸਾਧ ਸੰਗਤ ਜੀ ਹੁਣ ਬਾਹਰੋਂ ਇਸ਼ਨਾਨ ਕਰ ਕਰਕੇ ਵੇਖੋ, ਜਿਵੇਂ ਉਹ ਕਬੀਰ ਜੀ ਦਾ ਬਚਨ ਆਉਂਦਾ ਏ। ਕਹਿੰਦੇ ਕਬੀਰ ਜੀ ਦੇ ਕੋਲ ਆਏ ਸਾਰੇ ਬ੍ਰਾਹਮਣ, ਕਹਿੰਦੇ ਚੱਲ ਕਬੀਰਾ ਤੂੰ ਇੱਥੇ ਬੈਠਾ ਉਪਦੇਸ਼ ਦੇਈਦਾ ਨਾ, ਤੈਨੂੰ 68 ਤੀਰਥਾਂ ਤੇ ਨਵਾ ਲਿਆਈਏ। ਕਬੀਰ ਜੀ ਕਹਿੰਦੇ, ਭਾਈ ਸਾਡਾ ਤਾਂ ਭਜਨ ਹੀ 68 ਤੀਰਥ ਵੈ, ਤੁਸੀਂ ਉਹ ਬਾਹਲਾ ਜਿੱਦ ਕਰਨ ਲੱਗੇ। ਕਬੀਰ ਜੀ ਨੇ ਫਿਰ ਇੱਕ ਸਾਧ ਸੰਗਤ ਜੀ ਤੂੰਬੜੀ ਦਿੱਤੀ ਆਪਣੇ ਕੋਲੋਂ, ਤੂੰਬੀ ਉਹ ਦਿੱਤੀ। ਕਹਿਣ ਲੱਗੇ ਕਿ ਐਂ ਕਰੋ ਪੰਡਤ ਜੀ, ਆ ਤੁਸੀਂ ਮੇਰੀ ਤੂੰਬੀ ਦਾ ਹੀ ਇਸ਼ਨਾਨ ਕਰਾ ਲਿਆਇਓ। ਕਹਿਣ ਲੱਗੇ, ਚੰਗਾ ਕਬੀਰ ਤੇਰੀ ਮਰਜ਼ੀ ਹੈ। ਉਹ ਫਿਰ ਬੜਾ ਯਾਤਰਾ ਕਰਕੇ ਜਦੋਂ ਲੰਮੇ ਸਮੇਂ ਬਾਅਦ ਪਰਤੇ ਤੇ ਕਬੀਰ ਜੀ ਦੀ ਤੂੰਬੀ ਵਾਪਸ ਕਰਨੇ ਆਏ ਸਾਧ ਸੰਗਤ ਜੀ। ਤੇ ਫਿਰ ਜਦੋਂ ਵਾਪਸ ਕੀਤੀ ਤੇ ਕਬੀਰ ਜੀ ਪੁੱਛਦੇ ਆ ਕਿ ਭਈ ਸਾਡੀ ਤੂੰਬੀ ਦਾ ਇਸ਼ਨਾਨ ਕਰਾਇਆ ਸੀ? ਕਹਿੰਦੇ, ਕਬੀਰਾ ਅਸੀਂ ਤਾਂ ਭਾਵੇਂ ਇੱਕ ਵਾਰ ਟੁੱਬਾ ਲਾਇਆ ਹੈ, ਤੇਰੀ ਤੂੰਬੀ ਦੇ 5 ਟੁੱਬੇ ਲਵਾਏ ਆ। ਕਹਿੰਦਾ, ਮਹਾਰਾਜ ਬਹੁਤ ਧੰਨਵਾਦ ਆ ਫਿਰ ਤਾਂ।
ਤੇ ਕਬੀਰ ਜੀ ਕਹਿੰਦੇ ਫਿਰ ਤੁਸੀਂ ਯਾਤਰਾ ਕਰਕੇ ਆਏ ਹੋ ਤੇ ਮਹਾਰਾਜ ਸਾਨੂੰ ਨਵਾਜੋ, ਪ੍ਰਸ਼ਾਦ ਹੀ ਛਕੋ। ਕਿਤੇ ਸਾਡੇ ਕੋਲ ਕਹਿਣ ਲੱਗੇ ਤਿਆਰ ਆ ਅਸੀਂ ਜਦੋਂ ਕਹੇ। ਤਾਂ ਕਬੀਰ ਜੀ ਨੇ ਉਹਨਾਂ ਦਾ ਪ੍ਰਸ਼ਾਦਾ ਵਰਜਿਆ ਤੇ ਉਹ ਕੌੜੀ ਤੂੰਬੀ ਦੀ ਚਟਣੀ ਬਣਾ ਕੇ ਵਰਤਾਈ ਨਾਲ। ਜਦੋਂ ਚਟਣੀ ਵਰਤਾਈ ਨਾ, ਜਿਹੜਾ ਮੂੰਹ ਚ ਪਾਵੇ ਥੂ 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 ਕਰੇ। ਉਹ ਕਹਿਣ ਲੱਗੇ ਕਬੀਰ ਤੂੰ ਲੰਗਰ ਚੰਗਾ ਛਕਾਇਆ ਸਾਨੂੰ, ਆ ਜ਼ਰੀਲੀ ਤੂੰਬੀ ਦੀ ਸਾਨੂੰ ਇਹ ਚਟਣੀ ਬਣਾ ਕੇ ਖਵਾਤੀ ਹੈ। ਕਬੀਰ ਜੀ ਕਹਿੰਦੇ ਭਾਈ ਇਹ ਕੌੜੀ ਹੈ ਅਜੇ ਤੱਕ, ਤੇ ਇਹਦੇ ਤੇ ਤੁਸੀਂ ਕਹਿੰਦੇ ਸੀ 5-5 ਟੁੱਬੇ ਲਵਾਏ ਆ, ਤੇ ਇਸ ਕਰਕੇ ਇਹ ਕਿਉਂ ਨਾ ਅਜੇ ਤੱਕ ਇਹਦਾ ਕੜਤਣ ਅੰਦਰੋਂ ਕਿਉਂ ਨਹੀਂ ਗਈ। ਸਾਰੇ ਪੰਡਤ ਤੇ ਸਮੇਂ ਲਾਜਵਾਬ ਸੀ, ਕੋਈ ਕੁਛ ਨਹੀਂ ਸੀ ਕਹਿ ਸਕਿਆ। ਇਹ ਸਾਧ ਸੰਗਤ ਜੀ ਉਹ ਤੀਰਥਾਂ ਤੇ ਨਹਾਉਣ ਕਰਕੇ ਕੇਵਲ ਬਾਹਰ ਦੀ ਸੁਚਮਤਾ ਦੇ ਨਾਲ ਅੰਦਰ ਜਿਹੜੀ ਵਿਸ਼ੇ ਕੁੜਤਣ ਭਰੀ ਹੋਈ ਹੈ ਨਾ, ਉਹ ਸਾਧ ਸੰਗਤ ਜੀ ਨਹੀਂ ਜਾਂਦੀ। ਵਿਸ਼ੇ ਕੁੜਤਣ ਸ਼ਬਦ ਦੀ ਕਮਾਈ ਨਾਲ ਮਰਦੀ ਹੈ। ਇਹ ਸਤਿਗੁਰਾਂ ਜੀ ਨੇ ਵੇਖੋ ਕਿੱਡਾ ਮਹਾਰਾਜ ਉੱਤਮ ਸਾਧਨ ਸਤਿਗੁਰੂ ਜੀ ਦੱਸ ਰਹੇ ਹੈ, ਤੇ ਕਿਹੋ ਜੇ ਕਰਮ ਕਾਂਡਾਂ ਵਿੱਚ ਦੁਨੀਆ ਫਸੀ ਹੋਈ ਸੀ। ਇਹਨਾਂ 'ਚ ਹੀ ਫਸੇ ਹੋਏ ਸੀ ਨਾ ਬ੍ਰਾਹਮਣ, ਕਿੰਨਾ ਦੁਨੀਆ ਨੂੰ ਭਰਮਾਂ ਵਿੱਚ ਪਾਇਆ ਹੋਇਆ ਸੀ। ਭਰਮ ਜਾਲ ਵਿੱਚੋਂ ਇਸ ਸੰਸਾਰ ਨੂੰ ਕੱਢਿਆ ਤੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੱਢਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਿੱਧੋ ਇਹ ਜਿਹੜਾ ਬਾਹਰੀ ਕਰਨਾ ਹੈ ਨਾ, ਸਾਧਨ ਤਾਂ ਹੈ। ਫਿਰ ਮੈਂ ਬੇਨਤੀ ਕਰਦਿਆਂ ਸੁਚਮਤਾ, ਸੁੱਚੇ ਕੱਪੜੇ ਪਾਉਣੇ। ਜਦੋਂ ਹੁਣ ਹਜੂਰ ਦੀ ਹਜੂਰੀ ਵਿੱਚ ਆਈਦਾ ਹੈ, ਇਹ ਗੁਰੂ ਘਰ ਦੀ ਮਰਿਆਦਾ ਹੈ। ਸਰੀਰ ਦੀ ਸੁਚਮਤਾ ਕਰਕੇ ਸਾਧ ਸੰਗਤ ਜੀ ਜੰਗਲ ਮੈਦਾਨ ਕਿਰਿਆ ਹੋਵੇ ਤੇ ਫਿਰ ਵੀ ਇਸ਼ਨਾਨ ਕਰਕੇ ਹਜੂਰ ਦੀ ਹਜੂਰੀ ਵਿੱਚ ਆਈਦਾ ਹੈ। ਸੁੱਚੇ ਵਸਤਰ ਪਹਿਨ ਕੇ ਮਹਾਰਾਜ ਦੀ ਹਜੂਰੀ ਵਿੱਚ ਆਈਦਾ। ਇਹ ਨਹੀਂ ਕਿ 4-4 ਦਿਨ ਦੇ ਪਸੀਨੇ ਵਾਲੇ ਵਸਤਰ ਹੀ ਮਹਾਰਾਜ ਦੀ ਹਜੂਰੀ ਵਿੱਚ ਲੈ ਕਰਕੇ ਆਈਏ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਵੀ ਮਰਿਆਦਾ ਬਖਸ਼ਿਸ਼ ਕੀਤੀ ਹੋਈ ਹੈ ਕਿ ਭਾਈ ਪੂਜਾ ਪਾਠ ਕਰਨ ਲੱਗਿਆਂ, ਨਿਤਨੇਮ ਕਰਨ ਲੱਗਿਆਂ ਇਹ ਇੱਕ ਅੰਗ ਵਹਿ ਕੇ ਸਰੀਰ ਦੀ ਸੁਚਮਤਾ ਚਾਹੀਦੀ ਹੈ। ਗੁਰਮੁਖ ਕੇਸੀ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨ ਕਰਕੇ ਰੋਜ਼ ਆਪਣਾ ਨਿਜਮ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ। ਸਾਧ ਸੰਗਤ ਜੀ ਬਾਹਰੋਂ ਇਸ਼ਨਾਨ ਕਰਕੇ ਫਿਰ ਅੰਦਰ ਦਾ ਇਸ਼ਨਾਨ ਕਰਦੇ ਆ, ਤੇ ਜੇ ਕੇਵਲ ਬਾਹਰੀ ਇਸ਼ਨਾਨ ਕਰ ਛੱਡੇ ਤੇ ਅੰਦਰਲਾ ਇਸ਼ਨਾਨ ਨਾ ਕਰੇ, ਫਿਰ ਮਹਾਰਾਜ ਕਹਿੰਦੇ ਮਨ ਨਹੀਂ ਸੁੱਚਾ ਹੁੰਦਾ। ਜੇ ਅੰਦਰਲਾ ਇਸ਼ਨਾਨ ਨਾ ਕੀਤਾ, ਅੰਦਰਲਾ ਇਸ਼ਨਾਨ ਤਾਂ ਮਹਾਰਾਜ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਸਤਿਗੁਰੂ ਜੀ ਕਹਿੰਦੇ ਇਹ ਭਾਈ ਅੰਦਰਲਾ ਇਸ਼ਨਾਨ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਦਰਲਾ ਇਸ਼ਨਾਨ ਹੈ। ਅੰਦਰੋਂ ਸੁੱਧ ਹੋ ਸਕੀਦਾ ਹੈ। ਜੇ ਸਿੱਧੋ ਕਹੋ ਕਿ ਬਾਹਰੋਂ ਹੀ ਇਸ਼ਨਾਨ ਕਰਨ ਦੇ ਨਾਲ ਸੁੱਧ ਹੋ ਜਾਵਾਂਗੇ, ਹਜੂਰ ਕਹਿੰਦੇ ਇਉਂ ਭਾਈ ਸੁੱਧ ਨਹੀਂ ਹੋ ਸਕੀਦਾ। ਸੁੱਧ ਤਾਂ ਵਾਹਿਗੁਰੂ ਦੇ ਨਾਮ ਨਾਲ ਹੋਈਦਾ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਲੱਖ ਪ੍ਰਾਪਤ ਜਿਹੜੀਆਂ ਇਸ ਪ੍ਰਕਾਰ ਜਿਹੜੀ ਸੁੱਚ ਪਵਿੱਤਰਤਾ ਕਰ ਲਵੇ ਤਾਂ ਵੀ ਮਹਾਰਾਜ ਕਹਿੰਦੇ ਮਨ ਨਹੀਂ ਸੁੱਚਾ ਹੁੰਦਾ। ਇਸੇ ਪ੍ਰਕਾਰ ਹੀ ਸੋਚਾ ਸੋਚ ਨਾ ਹੋਵੇ। ਸਾਧ ਸੰਗਤ ਜੀ ਹੋਰ ਅਰਥ ਕਰਦੇ ਐ ਕਿ ਜਿਹੜੀ ਸੋਚਣਾ ਹੁੰਦਾ ਹੈ ਨਾ, ਫਿਕਰ ਕਰਨਾ, ਚਿੰਤਾ ਕਰਨੀ। ਸਤਿਗੁਰੂ ਜੀ ਕਹਿੰਦੇ ਚਿੰਤਾ ਕਰਨ ਦੇ ਨਾਲ ਵਾਹਿਗੁਰੂ ਦਾ ਮਿਲਾਪ ਨਹੀਂ ਹੋ ਸਕਦਾ, ਕੇਵਲ ਜੇ ਚਿੰਤਾ ਹੀ ਕਰੀ ਜਾਵੇ। ਸਾਧ ਸੰਗਤ ਜੀ ਜੇ ਫਿਕਰ ਹੀ ਕਰੀ ਜਾਵੇ ਤੇ ਇਸ ਪ੍ਰਕਾਰ ਸੋਚਾਂ ਨੂੰ ਸੋਚੀ ਜਾਵੇ। ਕਈ ਵਿਚਾਰਾਂ ਬਣਾਉਂਦੇ ਰਹਿੰਦੇ ਆ ਕਿ ਅੱਛਾ ਬਣਾਵਾਂਗੇ ਟਾਈਮ ਟੇਬਲ, ਕਰਿਆ ਕਰਾਂਗੇ ਬੰਦਗੀ, ਉਹ ਸਮਾਂ ਲੰਘਦਾ ਜਾ ਰਿਹਾ ਹੈ। ਕਬੀਰ ਜੀ ਨੂੰ ਪੁੱਛੀਏ, ਕਬੀਰ ਕਹਿੰਦੇ ਆ ਕਿ ਕਬੀਰ ਜੀ ਫਰਮਾਉਂਦੇ ਆ, ਕਬੀਰ ਕਾਲ ਕਰੰਤਾ ਅਬਹ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਰ ਪਰ ਆਵੈ ਕਾਲ। ਜਦੋਂ ਕਾਲ ਹੀ ਸਿਰ ਤੇ ਆ ਕੇ ਗੱਜ ਪਿਆ ਫਿਰ ਕੀ ਕਰੇਗਾ। ਜਿਹੜਾ ਕਾਲ ਕਰੰਤਾ ਅਬਹ ਕਰ, ਜਿਹੜੀ ਤੂੰ ਚੀਜ਼ ਸੋਚਦਾ ਕੱਲ ਕਰਨੀ ਹੈ ਉਹ ਅਬੇ ਹੁਣੇ ਕਰ। ਕਹਿੰਦੇ ਅਬ ਕਰਤਾ ਸੋਇ ਤਾਲ, ਕਹਿੰਦੇ ਜਿਹੜਾ ਹੁਣ ਕਰਦਾ ਹੁਣੇ ਕਰਦਾ। ਕਈ ਵਾਰੀ ਹੁੰਦਾ ਨਾ ਮਨੁੱਖ ਸੋਚਦਾ ਅੱਛਾ ਪਾਠ ਕਰਾਂਗੇ ਸੁਖਮਨੀ ਸਾਹਿਬ ਦਾ, ਤੇ ਸਵੇਰ ਤੋਂ ਸੋਚਦਾ ਕੰਮਾਂ ਧੰਦਿਆਂ 'ਚ ਅੱਛਾ ਅੱਜ ਨਹੀਂ ਸਮਾਂ ਲੱਗਾ, ਚੱਲ ਕੱਲ ਨੂੰ ਕਰਾਂਗੇ। ਕੱਲ ਤੇ ਗੱਲ ਪੈ ਗਈ। ਕੱਲ ਫਿਰ ਸਾਧ ਸੰਗਤ ਜੀ ਕੱਲ ਦਾ ਨਾਮ ਕਾਲ ਦਾ ਨਾਮ ਹੈ। ਫਿਰ ਜਦੋਂ ਇਹ ਕਿਤੇ ਤਤਪਰ ਹੋਵੇ ਅੱਛਾ ਕਰਦੇ ਆ ਹੁਣੇ ਕਰਦਿਆਂ ਵੀ ਬੜਾ ਸਮਾਂ ਲੱਗ ਜਾਂਦਾ ਹੈ। ਕਬੀਰ ਜੀ ਕਹਿੰਦੇ ਅਬ ਕਰਤਾ ਸੋਇ ਤਾਲ, ਹੁਣੇ ਹੀ ਕਰਨ ਲੱਗ ਜਾ, ਸ਼ੀਘਰ ਕਾਲ ਹੀ ਉਸ ਨੂੰ ਸੰਪੂਰਨ ਕਰ। ਤੇ ਫਿਰ ਕਹਿੰਦੇ ਨੇ ਜੇ ਤੂੰ ਇਉਂ ਹੀ ਸੋਚਦਾ ਰਿਹਾ ਨਾ, ਪਾਛੈ ਕਛੂ ਨਾ ਹੋਏਗਾ, ਪਿੱਛੋਂ ਕੁਛ ਨਹੀਂ ਹੋ ਸਕਦਾ। ਜੋ ਸਰ ਪਰ ਆਵੈ ਕਾਲ, ਜਦੋਂ ਸਿਰ ਤੇ ਆ ਕੇ ਕਾਲ ਹੀ ਮੰਡਰਾਉਣ ਲੱਗ ਪਿਆ ਫਿਰ ਤੂੰ ਭਜਨ ਕਰ ਲੇਗਾ,
ਫਿਰ ਭਜਨ ਨਹੀਂ ਕਰ ਸਕੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੇਵਲ ਭਾਈ ਸੋਚਾਂ ਨੂੰ ਨਾ ਸੋਚੀ ਜਾਵੋ। ਜੇ ਸੋਚੇ ਲੱਖ ਵਾਰ, ਜੇ ਲੱਖਾਂ ਵਾਰੀ ਭਾਵੇਂ ਇਹੋ ਜੀਆਂ ਸੋਚਾਂ ਕਰੀ ਜਾਵੋ, ਚਿੰਤਾ ਫਿਕਰਾਂ 'ਚ ਡੁੱਬੇ ਰਹੋ, ਸਤਿਗੁਰੂ ਜੀ ਕਹਿੰਦੇ ਭਾਈ ਫਿਰ ਤਾਂ ਵਾਹਿਗੁਰੂ ਦੀ ਸਾਖਿਆਤ ਤਾਂ ਨਹੀਂ ਹੋਵੇਗੀ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਹੋਰ ਸਾਰੀਆਂ ਸੋਚਾਂ ਦਾ ਜਿਹੜਾ ਹੈ ਤਿਆਗ ਕਰਕੇ ਵਾਹਿਗੁਰੂ ਦੇ ਭਜਨ ਦੇ ਵਿੱਚ ਜੁੜਨ ਦੇ ਨਾਲ ਹੀ ਉਹਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹੋਰ ਸੋਚਾਂ ਵਿਚਾਰਾਂ ਦੇ ਨਾਲ, ਕਿਉਂਕਿ ਸਾਧ ਸੰਗਤ ਜੀ ਕਈ ਜੋ ਨਵੇਂ ਵਿਦਵਾਨ ਹੈ ਉਹਨਾਂ ਨੇ ਸੁੱਚ ਪਵਿੱਤਰਤਾ ਦੇ ਅਰਥ ਨੂੰ ਬਿਲਕੁਲ ਖੰਡਨ ਕੀਤਾ, ਪਰ ਇਹ ਸਾਧ ਸੰਗਤ ਜੀ ਖੰਡਨ ਨਹੀਂ ਹੋ ਸਕਦਾ। ਗੁਰਬਾਣੀ ਦੇ ਇੱਕ ਅਰਥ ਨਹੀਂ ਕਈ ਅਰਥ ਹੋ ਸਕਦੇ ਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਬਹੁ ਪੱਖਾਂ ਤੋਂ ਉਪਦੇਸ਼ ਇਸ ਲੋਕਾਈ ਨੂੰ ਦਿੱਤਾ ਹੈ, ਫਿਰ ਵੀ ਜਿੰਨਾ ਕੁ ਸਾਧ ਸੰਗਤ ਜੀ ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਤੋਂ ਪੁਰਖਿਆਂ ਨੇ ਕਮਾਈ ਕਰ ਕਰਕੇ ਜੋ ਸਾਡੇ ਵਡੇਰੇ ਹੋਏ ਆ, ਜਿਨ੍ਹਾਂ ਨੇ ਇੰਨੀਆਂ ਕਮਾਈਆਂ ਕੀਤੀਆਂ, ਬ੍ਰਹਮ ਨੂੰ ਪ੍ਰਾਪਤ ਹੋਏ, ਉਹਨਾਂ ਨੇ ਫਿਰ ਸਾਧ ਸੰਗਤ ਜੀ ਇਸ ਪਵਿੱਤਰ ਬਾਣੀ ਦੇ ਅਰਥ ਸਤਿਗੁਰਾਂ ਜੀ ਦੀ ਬਖਸ਼ੀ ਹੋਈ ਸੋਝੀ ਦੇ ਨਾਲ ਕੀਤੇ ਆ। ਤੋ ਗੁਰਬਾਣੀ ਦੇ ਅਰਥਾਂ ਤੋਂ ਆਪਾਂ ਆਪਣੇ ਜੀਵਨ ਦੀ ਸੇਧ ਪ੍ਰਾਪਤ ਕਰਨੀ ਹੈ ਤੇ ਸੇਧ ਪ੍ਰਾਪਤ ਕਰਕੇ ਉਹੋ ਜਿਹਾ ਜੀਵਨ ਜਿਉਣ ਦਾ ਯਤਨ ਕਰਨਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ ਕਿ ਭਾਈ ਫਿਕਰ ਚਿੰਤਾ ਦੇ ਨਾਲ ਵੀ ਜਿਹੜੀ ਹੈ ਨਾ, ਇਸ ਪ੍ਰਕਾਰ ਸੋਚਣ ਦੇ ਨਾਲ ਹੀ ਕੇਵਲ ਵਾਹਿਗੁਰੂ ਦੀ ਸਾਖਿਆਤ ਨਹੀਂ ਹੁੰਦੀ। ਚਾਹੇ ਲੱਖਾਂ ਵਾਰੀ ਕੋਈ ਬੈਠਾ ਚਿੰਤਾ ਫਿਕਰ ਕਰੀ ਜਾਵੇ, ਕੱਲਾ ਸੋਚੀ ਹੀ ਜਾਵੇ ਕਿ ਬੰਦਗੀ ਕਰਾਂਗੇ ਕਰੇ ਨਾ, ਤੇ ਫਿਰ ਮਹਾਰਾਜ ਕਹਿੰਦੇ ਭਾਈ ਇਉਂ ਸ਼ਾਂਤੀ ਨਹੀਂ ਮਿਲਦੀ ਆ। ਚੁੱਪ ਨਾ ਹੋਵੇ। ਫਿਰ ਸਾਧ ਸੰਗਤ ਜੀ ਵੇਖੋ ਪ੍ਰਤੱਖ ਬਾਹਰੋਂ ਚੁੱਪ ਕਰ ਜਾਵੇ ਤੇ ਮਨ ਨਹੀਂ ਜੇ ਚੁੱਪ ਕਰਦਾ, ਭਾਵੇਂ ਬਾਹਰੋਂ ਨਾ ਬੋਲੇ। ਹੁਣ ਇਹ ਦੂਸਰਾ ਅਰਥ ਸਮਝਣਾ, ਕਿਉਂਕਿ ਸਰੀਰ ਦੀ ਵੀ ਚੁੱਪ ਟੁੱਟ ਜਾਂਦੀ ਹੈ, ਇਸ ਜ਼ਬਾਨ ਦੀ ਚੁੱਪ ਟੁੱਟ ਜਾਂਦੀ ਹੈ। ਫਿਰ ਕਈ ਨਾ ਬਿਲਕੁਲ ਹੀ ਸਾਧ ਸੰਗਤ ਜੀ ਜਿਹੜਾ ਹੈ ਮੌਨ ਦਾ ਖੰਡਨ ਹੀ ਕਰਦੇ ਆ ਕਿ ਮੌਨ ਤਾਂ ਪਖੰਡ ਹੈ। ਪਖੰਡ ਨਹੀਂ ਸਾਧ ਸੰਗਤ ਜੀ, ਪਖੰਡ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਸਮਝਣਾ। ਇੱਕ ਸਾਧ ਸੰਗਤ ਜੀ ਗੁੰਗ ਮੌਨ ਹੁੰਦਾ, ਜਿਹੜੇ ਗੁੰਗੇ ਹੀ ਹੁੰਦੇ ਵਿਚਾਰੇ, ਬੋਲ ਹੀ ਨਹੀਂ ਸਕਦੇ। ਇੱਕ ਜੜ ਮੌਨ ਹੁੰਦਾ, ਉਹ ਮੂਰਖ ਹੁੰਦੇ ਆ। ਵਿਦਵਾਨਾਂ ਦੀ ਸਭਾ 'ਚ ਜਿੱਥੇ ਸਿਆਣੇ ਉਹ ਕਹਿੰਦੇ ਚੁੱਪ ਹੀ ਰਹੋ, ਬੇਇੱਜ਼ਤੀ ਕਰਾਉਣੀ ਹੈ, ਉਹਨੂੰ ਜੜ ਮੌਨ ਕਹਿੰਦੇ ਆ। ਫਿਰ ਸਾਧ ਸੰਗਤ ਜੀ ਕਾਸ਼ਟ ਮੌਨ ਹੁੰਦਾ, ਜਿਵੇਂ ਲੱਕੜ ਵੈ ਉਹ ਚੁੱਪ ਵੈ, ਹੱਠ ਕਰਕੇ ਜਿਹੜਾ ਹੈ ਉਹ ਸਾਧ ਸੰਗਤ ਜੀ ਮੌਨ ਰੱਖਦੇ ਆ। ਇਸ ਪ੍ਰਕਾਰ ਫਿਰ ਸਾਧ ਸੰਗਤ ਜੀ ਗਿਆਨ ਮੌਨ ਹੈ। ਗਿਆਨ ਮੌਨ ਹੁੰਦਾ ਹੈ ਕਿ ਵਾਹਿਗੁਰੂ ਨੂੰ ਆਪਣਾ ਆਪਾ ਜਾਣ ਕਰਕੇ ਸਭ ਦੇ ਅੰਦਰੋਂ ਫਿਰ ਚੁੱਪ ਹੋ ਜਾਂਦੇ ਆ। ਯਹ ਮਮ ਯਹ ਨਾਹਿ ਮਮ ਸਗਲ ਵਿਕਲਪ ਭਇ ਖੀਨ ਪਰਮਾਤਮ ਪੂਰਨ ਸਰਮ ਮੈਂ, ਇਹ ਸਮਝ ਕਰਕੇ ਜਾਨ ਮੌਨਤਾ ਲੀਨ। ਵਿਚਾਰ ਸਾਗਰ ਦੇ ਕਰਤਾ ਕਹਿੰਦੇ ਨੇ ਪਹਿਲੋਂ ਕੀ ਹੈ ਕਿ ਆ ਮੇਰਾ, ਆ ਬਗਾਨਾ ਹੈ, ਆ ਉਹਦਾ, ਆ ਮੇਰਾ ਹੈ। ਇਹ ਸਾਧ ਸੰਗਤ ਜੀ ਜਦੋਂ ਸਭ ਕੁਝ ਖਤਮ ਹੋ ਜਾਵੇ, ਸਗਲ ਵਿਕਲਪ ਭਇ ਖੀਨ, ਸਾਰੇ ਹੀ ਵਿਕਲਪ ਮੁੱਕ ਜਾਣ, ਕੋਈ ਫੁਰਨਾ ਹੀ ਨਾ ਰਹੇ, ਤੇ ਫਿਰ ਪਰਮਾਤਮ ਪੂਰਨ ਸਰਬ ਮੈਂ, ਵਾਹਿਗੁਰੂ ਸਭ ਦੇ ਅੰਦਰ ਪੂਰਨ ਦਿਸ ਪਵੇ, ਜਾਨ ਮੌਨਤਾ ਲੀਨ, ਉਹਨੂੰ ਗਿਆਨ ਮੌਨ ਕਹਿੰਦੇ ਆ। ਸਭ ਦੇ ਅੰਦਰ ਵਾਹਿਗੁਰੂ ਨੂੰ ਵੇਖ ਕਰਕੇ ਉਹ ਸਾਧ ਸੰਗਤ ਜੀ ਚੁੱਪ ਹੋ ਜਾਂਦੇ, ਆਨੰਦਿਤ ਹੋ ਜਾਂਦੇ। ਗੱਲ ਤਾਂ ਕਿਸੇ ਦੂਸਰੇ ਨਾਲ ਕਰਨੀ ਹੁੰਦੀ ਹੈ ਨਾ, ਜਦੋਂ ਦੂਸਰਾ ਭਾਸਦਾ ਹੀ ਕੋਈ ਨਹੀਂ, ਫਿਰ ਉਹਨਾਂ ਗੱਲ ਹੀ ਕੀ ਕਰਨੀ ਹੈ। ਤੇ ਗੁਰਮੁਖਾਂ ਦਾ ਮੌਨ ਹੁੰਦਾ ਹੈ ਸਾਧ ਸੰਗਤ ਜੀ, ਉਹ ਥੋੜਾ ਬੋਲਦੇ ਆ। ਜਦੋਂ ਬੋਲਦੇ ਆ ਸਤਿਗੁਰਾਂ ਜੀ ਦੀ ਬਾਣੀ ਬੋਲਦੇ ਆ, ਨਾਮ ਬੋਲਦੇ ਆ। ਮਹਾਰਾਜ ਨੇ ਕਿਹਾ ਨਾ, ਬੋਲ ਹਰ ਨਾਮ ਸਫਲ ਸਾ ਘੜੀ। ਉਥੇ ਸਤਿਗੁਰੂ ਜੀ ਕਹਿੰਦੇ ਬੋਲ ਭਾਈ, ਨਾਮ ਨੂੰ ਬੋਲ, ਤੇਰੀ ਉਹ ਘੜੀ, ਤੇਰਾ ਉਹ ਸਮਾਂ ਸਫਲ ਹੋ ਜਾਵੇਗਾ। ਇਸ ਕਰਕੇ ਸਾਧ ਸੰਗਤ ਜੀ ਇਹ ਮੌਨ ਦਾ ਭੇਦ ਸਮਝਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਭਾਈ ਚੁੱਪੈ ਚੁੱਪ ਨਾ ਹੋ ਬਈ। ਜੇ ਬਾਹਰੋਂ ਹੁਣ ਕੋਈ ਮੌਨ ਜਿਹੜੇ ਪਹਿਲੇ ਦੱਸੇ ਆ ਉਹੋ ਜੇ ਹੱਠ ਮੌਨ ਰੱਖ ਲਵੇ ਤੇ ਮਨ ਚੁੱਪ ਕਰ ਜਾਂਦਾ? ਮਨ ਨਹੀਂ ਚੁੱਪ ਕਰਦਾ। ਅੰਦਰ ਹੀ ਅੰਦਰ ਕਿੰਨੇ ਦੇ ਕਿੰਨੇ ਫੁਰਨੇ ਚੱਲਦੇ ਹੀ ਰਹਿੰਦੇ ਐ। ਸਾਧ ਸੰਗਤ ਜੀ ਉਤਰਾ ਚੜਾ ਮਨ ਦੇ ਅੰਦਰ ਆਉਂਦੇ ਹੀ ਰਹਿੰਦੇ ਐ ਤੇ ਕਈਆਂ ਬੁਣਤੀਆਂ ਨੂੰ ਬੁਣਦਾ ਫਿਰ ਉਧੇੜਦਾ ਹੈ। ਇਸ ਤਰ੍ਹਾਂ ਸਲਾਹਾਂ ਮਨ ਦੇ ਨਾਲ ਹੀ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਭਾਈ ਇਹਦੀ ਇਹ ਹਾਲਤ ਹੈ, ਪਗਾਂ ਬਿਨ ਹੁਰੀਆਂ ਮਾਰਤਾ, ਬਦਨੇ ਬਿਨ ਖਿਰਖਿਰ ਹਾਸਤਾ। ਬਿਨਾਂ ਹੀ ਚਿਹਰੇ ਤੋਂ ਅੰਦਰ ਹੀ ਖਿੜਖੜਾ ਕੇ ਹੱਸਦਾ ਹੈ ਤੇ ਬਿਨਾਂ ਪੈਰਾਂ ਤੋਂ ਸਾਧ ਸੰਗਤ ਜੀ ਵੇਖੋ ਕਿੰਨਾ ਦੇਸ਼ਾਂ ਦੇਸ਼ਾਂਤਰਾਂ 'ਚ ਲੈ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇਖੋ ਬਾਹਰੋਂ ਚੁੱਪ ਕਰ ਗਿਆ
ਪਰ ਅੰਦਰੋਂ ਮਨ ਨਹੀਂ ਚੁੱਪ ਕੀਤਾ ਹੈ। ਮਨ ਤਾਂ ਕਈ ਪ੍ਰਕਾਰ ਦੇ ਫੁਰਨੇ ਉਠਾਈ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਜੀ ਨੇ ਭਾਈ ਆਗਿਆ ਕੀਤੀ ਹੈ। ਮਹਾਰਾਜ ਜੀ ਦਾ ਇਹ ਉਪਦੇਸ਼ ਹੈ। ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਉਚਾਰ ਰਹੇ ਸੀ ਨਾ, ਉਦੋਂ ਸਾਧ ਸੰਗਤ ਜੀ ਉਹ ਕਾਨਾ ਤੇ ਪੀਲੂ ਵੀ ਆਏ ਸੀ, ਤੇ ਉਹਨਾਂ ਵਿੱਚੋਂ ਇੱਕ ਨੇ ਆਪਣੀ ਕਵਿਤਾ ਗਾਈ। ਕਹਿੰਦੇ ਮਹਾਰਾਜ ਸਾਡੀ ਵੀ ਬਾਣੀ ਲਿਖੋ। ਹਜੂਰ ਕਹਿੰਦੇ ਭਾਈ ਜ਼ਰੂਰ, ਸਭ ਨੂੰ ਮਾਣ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ, ਤੁਸੀਂ ਵੀ ਦੱਸੋ। ਉਹ ਕਹਿੰਦਾ ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵੇ ਅੜਿਆ ਚੁੱਪ। ਸਤਿਗੁਰੂ ਜੀ ਕਹਿੰਦੇ ਭਾਈ ਇਹ ਤਾਂ ਸਾਡੇ ਘਰ ਦਾ ਸਿਧਾਂਤ ਨਹੀਂ। ਜੇ ਚੁੱਪ ਹੀ ਰਹਿਣਾ ਤੇ ਪੱਥਰ ਚੁੱਪ ਨੇ, ਕਈ ਜੂਨਾ ਹੁਣ ਦਰਖਤ ਚੁੱਪ ਨੇ, ਉਹ ਬੋਲਦੇ ਨਹੀਂ। ਆਪਣੀ ਭਾਸ਼ਾ ਉਹਨਾਂ ਦੀ ਹੋਵੇਗੀ, ਕਿਉਂਕਿ ਅੱਜ ਖੋਜ ਬਹੁਤ ਹੋ ਚੁੱਕੀ ਹੈ। ਸਾਇੰਸ ਕਹਿੰਦੀ ਹੈ ਰੁੱਖ ਵੀ ਬੋਲਦੇ, ਪਰ ਆਪਣੀ ਭਾਸ਼ਾ 'ਚ ਬੋਲਦੇ ਆ। ਮਨੁੱਖ ਵਾਸਤੇ ਤਾਂ ਚੁੱਪ ਹੈ ਨਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਸਾਡਾ ਇਹ ਸਿਧਾਂਤ ਹੈ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਡੇ ਘਰ ਦਾ ਸਿਧਾਂਤ ਹੈ। ਜਦੋਂ ਤੱਕ ਸੰਸਾਰ 'ਚੋਂ ਜੇ ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੁੱਪ ਕਰ ਜਾਂਦੇ ਤੇ ਕਿੱਡਾ ਭਲਾ ਹੋਣਾ ਸੀ ਸਾਧ ਸੰਗਤ ਜੀ ਲੁਕਾਈ ਦਾ। ਹਜੂਰ ਨੇ ਆਪਣੀ ਰਸਨਾ ਤੋਂ ਸ਼ਾਂਤੀ ਵਰਤਾਈ ਹੈ। ਸਤਨਾਮ ਪੜ ਮੰਤਰ ਸੁਣਾਇਆ, ਸੱਚਾ ਨਾਮ ਮਹਾਰਾਜ ਨੇ ਇਹੋ ਜਿਹਾ ਸਤਿਗੁਰਾਂ ਜੀ ਨੇ ਜਲ ਦਾ ਛੱਟਾ ਮਾਰਿਆ ਕਿ ਬਲਦਾ ਕਲਯੁਗ ਸ਼ਾਂਤ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਹ ਗਰੀਬ ਨਵਾਜ ਸਤਿਗੁਰੂ ਜੀ ਦੇ ਵੇਖੋ ਮੁਖ ਤੋਂ ਬੋਲਣ ਦੇ ਨਾਲ, ਸਾਧ ਸੰਗਤ ਜੀ ਜਿਸ ਬੋਲਣ ਦੇ ਨਾਲ ਕਿਸੇ ਦਾ ਦਿਲ ਟੁੱਟ ਜੇ ਉਹ ਨਹੀਂ ਬੋਲਣਾ ਚਾਹੀਦਾ। ਫਿੱਕਾ ਬੋਲ ਵਿਗੁਚਣਾ, ਮਹਾਰਾਜ ਕਹਿੰਦੇ ਫਿੱਕਾ ਬੋਲ ਨਹੀਂ ਕਦੇ ਬੋਲਣਾ ਚਾਹੀਦਾ। ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਬੋਲ ਕੇ ਫਿੱਕਾ ਕਿਸੇ ਦਾ ਦਿਲ ਨਹੀਂ ਢਾਉਣਾ ਚਾਹੀਦਾ। ਤੇ ਸਾਧ ਸੰਗਤ ਜੀ ਜਿਹੜੇ ਮਿੱਠੇ ਬੋਲ ਹੈ ਨਾ, ਗੁਰਮੁਖ ਬੋਲਦੇ ਮਿੱਠਾ ਬੋਲ, ਗੁਰਬਾਣੀ ਦਾ ਬੋਲ ਬੋਲਣਾ ਚਾਹੀਦਾ। ਆਓ ਜੀ ਮਹਾਰਾਜ ਜੀ ਇਹ ਸਤਿਕਾਰ ਦੇਣਾ ਚਾਹੀਦਾ। ਭਾਈ ਗੁਰਸਿੱਖਾਂ ਦਾ ਮਾਣ ਗੁਰੂ ਸਾਹਿਬ ਦਾ ਰੂਪ ਜਾਣ ਕੇ ਕਰਨਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਗਰੀਬ ਨਵਾਜ ਕਿ ਸਿੱਧੋ ਜੇ ਬਾਹਰੋਂ ਮੌਨ ਰੱਖੋਗੇ ਤੇ ਮੌਨ ਰੱਖਣ ਦੇ ਨਾਲ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਦਿਲ ਹੈ ਨਾ ਇਹਦੀ ਮੌਨ ਨਹੀਂ ਰਹਿੰਦੀ ਹੈ। ਇਹ ਦਿਲ ਅੰਦਰੋਂ ਜਿਹੜਾ ਮਨ ਵੈ ਸੰਕਲਪ ਉਠਾਉਣੋਂ ਨਹੀਂ ਹਟਦਾ, ਇਹ ਚੁੱਪ ਨਹੀਂ ਕਰਦਾ। ਜੇ ਲਾਏ ਰਹਾ ਲਿਵਤਾਰ, ਭਾਵੇਂ ਮਹਾਰਾਜ ਕਹਿੰਦੇ ਤੇਲ ਧਾਰਾ ਦੀ ਤਰ੍ਹਾਂ ਕੋਈ ਚੁੱਪ ਵੱਟ ਕਰਕੇ ਰੱਖੇ, ਮੌਨ ਧਾਰ ਕਰਕੇ ਰੱਖੇ, ਤਾਂ ਵੀ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਨਾ ਅੰਦਰੋਂ ਮਨ ਜਿਹੜਾ ਉਹ ਚੁੱਪ ਨਹੀਂ ਕਰਦਾ, ਭਾਵੇਂ ਉਹ ਕਿੰਨਾ ਧਿਆਨੀ ਵੀ ਕਿਉਂ ਨਾ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਭਾਈ ਅੰਦਰ ਜਿਹੜਾ ਮਨ ਹੈ ਉਹ ਫੁਰਨੇ ਕਰਨੋਂ ਨਹੀਂ ਹਟਦਾ ਹੈ। ਮਨ ਦੇ ਫੁਰਨੇ ਨਹੀਂ ਰੁਕਦੇ ਹਨ। ਭੁੱਖਿਆ ਭੁੱਖ ਨਾ ਉਤਰੇ। ਹੁਣ ਹਜੂਰ ਕਹਿੰਦੇ ਭਾਈ ਜਿਹੜਾ ਭੁੱਖਾ ਇਹਦਾ ਹੁਣ ਤ੍ਰਿਸ਼ਨਾਲੂ ਸਮਝਣਾ, ਕਿਉਂਕਿ ਤ੍ਰਿਸ਼ਨਾ ਵੀ ਭੁੱਖ ਦਾ ਹੀ ਦਰਜਾ ਹੈ ਨਾ। ਰਾਜੀ ਨਹੀਂ ਆਉਂਦਾ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਵਿਰਲੇ ਪੁਰਸ਼ ਦੀ ਤ੍ਰਿਸ਼ਨਾ ਬੁਝਦੀ ਹੈ। ਤੇ ਸਾਧ ਸੰਗਤ ਜੀ ਜਿਹੜਾ ਤ੍ਰਿਸ਼ਨਾਲੂ ਹੈ ਨਾ, ਹਜੂਰ ਕਹਿੰਦੇ ਨੇ ਕਿ ਜਿਹੜਾ ਤੁਸੀਂ ਵਰਤ ਰੱਖਣ ਦਾ ਦੱਸਦੇ ਹੋ ਤੇ ਇਹ ਤਾਂ ਤ੍ਰਿਸ਼ਨਾ ਜਾਗਦੀ ਹੈ ਸਗੋਂ ਅੰਦਰ। ਜਦੋਂ ਵਰਤ ਰੱਖਦੇ ਆ ਕੀ ਹੁੰਦਾ ਹੈ, ਪਹਿਲਾਂ ਤਾਂ ਕਸ਼ਟ ਦਿੰਦੇ ਆ ਸਰੀਰ ਨੂੰ। ਭਾਵੇਂ ਕਿ ਇਸਲਾਮ ਮਤ ਵਿੱਚ ਵੀ ਵੇਖੋ ਰੋਜੇ ਆ ਸਾਧ ਸੰਗਤ ਜੀ। ਔਰ ਸਤਿਗੁਰੂ ਜੀ ਨੇ ਭਾਵੇਂ ਕਿਸੇ ਧਰਮ ਵਿੱਚ ਹੋਵੇ ਪਖੰਡ ਦਾ ਨਾਸ਼ ਕੀਤਾ ਤੇ ਸੱਚ ਦਾ ਪ੍ਰਕਾਸ਼ ਕੀਤਾ ਹਜੂਰ ਨੇ। ਤੇ ਜਿਹੜਾ ਸਾਧ ਸੰਗਤ ਜੀ ਵੇਖੋ ਵਰਤ ਰੱਖਣਾ ਹੈ ਨਾ, ਕਬੀਰ ਜੀ ਨੇ ਕਿਹਾ ਹਰ ਕਾ ਸਿਮਰਨ ਛੱਡ ਕੇ ਅਹੋਈ ਰਾਖੈ ਨਾਰ, ਗਦਹੀ ਹੋਏ ਕਾ ਔਤਰੈ ਭਾਰ ਸਹੈ ਮਨ ਚਾਰ। ਐਡਾ ਵੱਡਾ ਉਹਨੂੰ ਸਾਧ ਸੰਗਤ ਜੀ ਕਸ਼ਟ ਲੱਗਦਾ ਹੈ ਤਾਂ ਇਹ ਹੁਣ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਤੇ ਸਰੀਰ ਨੂੰ ਕਸ਼ਟ ਦੇ ਕਰਕੇ ਜਿਹੜੇ ਵਰਤ ਆਦਿਕ ਰੱਖਣੇ ਆ ਉਹਨਾਂ ਦਾ ਖੰਡਨ ਕੀਤਾ ਹੋਇਆ ਹੈ ਕਿ ਇਹਨਾਂ ਦੇ ਨਾਲ ਕੁਝ ਨਹੀਂ ਪ੍ਰਾਪਤ ਹੁੰਦਾ, ਸਗੋਂ ਤ੍ਰਿਸ਼ਨਾ ਵੱਧਦੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਤ੍ਰਿਸ਼ਨਾਲੂ ਪੁਰਸ਼ ਹੁੰਦਾ ਨਾ, ਉਹਦੀ ਭੁੱਖ ਜਿਹੜੀ ਹੈ ਕਿੰਨੇ ਪਦਾਰਥ ਦੇ ਦਿਓ, ਉਹਦੀ ਪਦਾਰਥਾਂ ਦੀ ਪ੍ਰਾਪਤੀ ਦੇ ਨਾਲ ਤ੍ਰਿਸ਼ਨਾ ਨਹੀਂ ਬੁਝਦੀ, ਉਹ ਰੱਜਦਾ ਨਹੀਂ ਹੈ। ਸਤਿਗੁਰੂ ਜੀ ਫਰਮਾਉਂਦੇ ਆ ਭੁੱਖ ਨਾ ਉਤਰੇ। ਤ੍ਰਿਸ਼ਨਾਲੂ ਦੀ ਮਹਾਰਾਜ ਕਹਿੰਦੇ ਭਾਈ ਤ੍ਰਿਸ਼ਨਾ ਨਹੀਂ ਬੁਝਦੀ, ਭੁੱਖ ਨਹੀਂ ਉਤਰਦੀ। ਜੇ ਬੰਨਾ ਪੁਰੀਆਂ ਪਹਾਰ, ਚਾਹੇ ਮਹਾਰਾਜ ਕਹਿੰਦੇ ਭਾਈ ਸਾਰਾ ਹੀ ਪੁਰੀਆਂ ਦਾ ਭਾਰ ਬੰਨ ਕੇ ਸਤਿਗੁਰੂ ਜੀ ਕਹਿੰਦੇ ਭਾਈ ਦੇ ਦਿਓ, ਭਾਵੇਂ ਸਾਰਾ ਰਾਜ ਹੀ ਧਰਤੀ ਦਾ ਦੇ ਦਿਓ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਦੁਖੀ ਹੋਵੇਗਾ ਸੁਖੀ ਨਹੀਂ ਹੋ ਸਕਦਾ। ਸਾਧ ਸੰਗਤ ਜੀ ਤ੍ਰਿਸ਼ਨਾ ਜਿਹੜੀ ਹੈ ਨਾ, ਵੇਖੋ ਹੁਣ ਜੇ ਅੱਗ ਬਲਦੀ ਹੋਵੇ ਅੱਗ ਦਾ ਦਰਦਾ ਤ੍ਰਿਸ਼ਨਾ ਨੂੰ ਦਿੰਦੇ ਆ,
ਤੇ ਉਹਦੇ ਵਿੱਚ ਲੱਕੜਾਂ ਹੋਰ ਪਾਉਣ ਨਾਲ ਅੱਗ ਬਹੁਤੀ ਭਾਂਬੜ ਮੱਚਦੇ ਆ ਜਾਂ ਘਟਦੀ ਹੈ? ਹੋਰ ਮੱਚ ਪੈਂਦੀ ਹੈ। ਜਿਹੜਾ ਤ੍ਰਿਸ਼ਨਾ ਦੇ ਨਾਲ ਇਹ ਸਮਝਦਾ ਹੈ ਨਾ ਇੰਨੇ ਪਦਾਰਥ ਮਿਲ ਗਏ ਤੇ ਬਸ ਫਿਰ ਆਪਾਂ ਕੁਛ ਨਹੀਂ ਹੋਰ ਇੱਛਾ ਕਰਨੀ, ਫਿਰ ਸਾਧ ਸੰਗਤ ਜੀ ਹੋਰ ਭਾਂਬੜ ਮੱਚ ਪੈਂਦੇ ਆ ਤੇ ਉਹ ਲੱਖਾਂ ਨੂੰ ਫਿਰ ਕਰੋੜਾਂ ਨੂੰ ਇਸ ਤਰ੍ਹਾਂ ਇਹ ਬੁਝਦੀ ਨਹੀਂ ਤ੍ਰਿਸ਼ਨਾ, ਅੱਗੇ ਤੋਂ ਅੱਗੇ ਤੁਰੀ ਰਹਿੰਦੀ ਹੈ। ਉਹਦੇ ਤੇ ਉਹ ਮਹਾਂਪੁਰਖਾਂ ਨੇ ਇੱਕ ਦ੍ਰਿਸ਼ਟਾਂਤ ਲਿਖਿਆ ਹੋਇਆ, ਕਹਿੰਦੇ ਸ਼ਿਵ ਜੀ ਦਾ ਉਪਾਸ਼ਕ ਸੀਗਾ, ਉਹਨੇ ਕਿਹਾ ਸ਼ਿਵਾ ਨੂੰ ਮਹਾਰਾਜ ਮੈਨੂੰ ਧਨ ਬਖਸ਼ੋ। ਸ਼ਿਵਾ ਝੱਟ ਕਹਿੰਦੇ ਭੋਲੇਨਾਥ ਹੈ ਪ੍ਰਗਟ ਹੋ ਜਾਂਦੇ ਆ, ਕਹਿਣ ਲੱਗੇ ਲੈ ਉਹਨੂੰ 4 ਬੱਤੀਆਂ ਦਿੱਤੀਆਂ, ਕਹਿੰਦੇ ਆ ਪਹਿਲੀ ਮੋਮਬੱਤੀ ਜਗਾ ਕਰਕੇ ਨਾ ਇੱਕ ਪਹਿਲੀ ਉੱਤਰ ਦਿਸ਼ਾ ਨੂੰ ਜਾਵੀਂ, ਜਿੱਥੇ ਬੁਝ ਜੇਗੀ ਤੈਨੂੰ ਉੱਥੋਂ ਧਨ ਮਿਲੇਗਾ ਤੇ ਉਹਦੇ ਨਾਲ ਹੀ ਆਪਣਾ ਗੁਜ਼ਾਰਾ ਕਰ ਲਈ। ਜੇ ਤੈਨੂੰ ਨਾ ਹੀ ਸ਼ਾਂਤੀ ਆਈ ਉਹਨੇ ਧਨ ਨਾਲ ਤੇ ਫਿਰ ਦੂਸਰੀ ਜਗਾ ਲਈ, ਦੂਸਰੀ ਜਗ੍ਹਾ ਨੂੰ ਤੁਰ ਜਾਈ, ਦੂਸਰੀ ਦਿਸ਼ਾ 'ਚ ਜਦੋਂ ਜਾਵੇਂਗਾ ਜਿੱਥੇ ਬੁਝ ਜੇਗੀ ਉੱਥੇ ਵੀ ਧਨ ਮਿਲੇਗਾ ਤੇ ਉਹਦੇ ਨਾਲ ਫਿਰ ਸਾਰ ਲਈ ਆਪਣਾ। ਤੇ ਜੇ ਤੇਰਾ ਉਹਦੇ ਨਾਲ ਵੀ ਨਾ ਸਰਿਆ ਨਾ ਫਿਰ ਤੀਸਰੀ ਜਗਾ ਲਈ ਤੇ ਤੀਸਰੀ ਜਗਾ ਕਰਕੇ ਫਿਰ ਉੱਥੇ ਤੈਨੂੰ ਜਿੱਥੇ ਬੁਝੇਗੀ ਧਨ ਬੜਾ ਮਿਲੇਗਾ ਤੇ ਐਂ ਕਰੀ ਫਿਰ ਉਹਦੇ ਨਾਲ ਹੀ ਸਾਰੀ। ਚੌਥੀ ਨਾ ਜਗਾਈ, ਚੌਥੀ ਵੱਲ ਨੂੰ ਨਾ ਜਾਈ। ਕਹਿੰਦਾ ਮਹਾਰਾਜ ਚੰਗਾ। ਉਹਨੇ ਪਹਿਲੀ ਜਗਾਈ ਤੇ ਉੱਥੇ ਪੈਸੇ ਲੱਭੇ, ਬੜਾ ਖੁਸ਼ ਹੋਇਆ, ਮਿੱਟੀ ਪਾਤੀ ਉਹਨੇ। ਕਹਿੰਦਾ ਇਹ ਤੇ ਹੁਣ ਸਾਨੂੰ ਪਤਾ ਹੈ ਨਾ ਇਹਦਾ, ਚੱਲ ਮਨਾ ਦੂਸਰੀ ਜਗਾਈਏ। ਉਹ ਦੂਸਰੀ ਜਗਾਈ, ਉੱਥੇ ਆ ਕਰਕੇ ਰੁਪਈਏ ਲੱਭੇ। ਕਹਿੰਦਾ ਲੈ ਸ਼ਿਵ ਜੀ ਨੇ ਕਿਹਾ ਸੀ ਉਹਨੇ ਨਾਲ ਸੰਤੋਖ ਕਰੀ ਤੇ ਇੱਥੇ ਤੇ ਰੁਪਈਏ ਆ। ਤੇ ਫਿਰ ਉਹਨੇ ਸੋਚਿਆ ਬਾਅਦ 'ਚ ਕੱਢਾਂਗੇ, ਤੀਸਰੀ ਵੀ ਵੇਖ ਆਈਏ। ਲਾਲਚ ਹੋਰ ਵੱਧ ਗਿਆ। ਜਦੋਂ ਤੀਸਰੀ ਜਗਾਈ ਨਾ ਜਾ ਕੇ ਬੁੱਝ ਗਈ ਤੇ ਉੱਥੇ ਜਦੋਂ ਪੁੱਟਿਆ ਸੋਨੇ ਦੀਆਂ ਮੋਹਰਾਂ, ਬੜਾ ਹੈਰਾਨ ਹੋਇਆ ਕਿ ਜੇ ਉੱਥੇ ਦੂਜੀ ਥਾਂ ਤੇ ਰੁਕ ਜਾਂਦਾ ਤੇ ਆਹ ਕਿੱਥੋਂ ਲੱਭਣਾ ਸੀ ਖਜ਼ਾਨਾ। ਕਹਿਣ ਲੱਗਾ ਮਨਾ ਰੋਕਿਆ ਸੀ ਪਰ ਚਲੀਏ ਜਗਾਈਏ, ਕੀ ਹੋ ਚੱਲਿਆ ਚੌਥੀ ਨੂੰ ਵੀ। ਚੌਥੀ ਵੀ ਜਗਾ ਕੇ ਤੁਰ ਪਿਆ ਤੇ ਜਦੋਂ ਤੁਰਿਆ ਅੱਗੇ ਸਾਧ ਸੰਗਤ ਜੀ ਜਦੋਂ ਬੁੱਝੀ ਮੋਮਬੱਤੀ ਤੇ ਉਸਨੇ ਵੇਖਿਆ ਬੜਾ ਉੱਥੇ ਤੇ ਬੜਾ ਵੱਡਾ ਖਜ਼ਾਨਾ ਹੈ ਤੇ ਇੱਕ ਦਰਵਾਜ਼ਾ ਦਿਸਿਆ, ਧੱਕਾ ਮਾਰਿਆ, ਖੁੱਲ ਗਿਆ, ਅੰਦਰ ਹੀਰੇ ਜਵਾਹਰਾਤ ਵੈ। ਕਹਿੰਦਾ ਲੈ ਚੌਥੀ ਕਹਿੰਦਾ ਸੀ ਜਾਵੀਂ ਨਾ, ਜਿੱਥੇ ਏਡਾ ਖਜ਼ਾਨਾ ਸੀ ਉੱਥੇ ਮੈਨੂੰ ਰੋਕ ਰਿਹਾ ਸੀ। ਅੱਗੇ ਵੇਖਿਆ ਥੰਮ ਦੇ ਥੱਲੇ ਸਿਰ ਦਿੱਤਾ ਇੱਕ ਮਨੁੱਖ, ਕਹਿੰਦਾ ਆ ਭਈ ਆਪ ਬੜੀ ਕਾਹਲੀ ਨਾਲ, ਕਹਿੰਦਾ ਛੇਤੀ ਆਪਾਂ ਇਹ ਖਜ਼ਾਨਾ ਫਿਰ ਲੈ ਕੇ ਚੱਲਾਂਗੇ। ਉਹਨੇ ਬੜੀ ਛੇਤੀ ਨਾਲ ਸੋਚਿਆ ਨਹੀਂ, ਉਹਦੇ ਥੰਮਲੇ ਥੱਲੇ ਜਾ ਸਿਰ ਦਿੱਤਾ। ਉਹ ਲੈ ਕੇ ਜਦੋਂ ਕੁਝ ਤੁਰਨ ਲੱਗਾ ਕਹਿੰਦਾ ਕਿੱਧਰ ਚੱਲਿਆ, ਮੈਨੂੰ ਕੌਣ ਛਡਾਊਗਾ? ਕਹਿੰਦਾ ਜਿਹੜਾ ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਹੋਊ ਉਹ ਤੈਨੂੰ ਛਡਾਊ ਆ ਕੇ। ਹੁਣ ਜਿਵੇਂ ਤੂੰ ਮੈਨੂੰ ਕੱਢਿਆ ਇੱਥੋਂ, ਇਵੇਂ ਉਹ ਤੇਰੇ ਤੋਂ ਵੱਧ ਹੀ ਕੋਈ ਹੋਇਆ ਉਹ ਹੀ ਕੱਢੂਗਾ ਆ ਕੇ, ਨਹੀਂ ਤੇ ਇੱਥੇ ਟਾਈਮ ਪਾਸ ਕਰ। ਹੁਣ ਇਹ ਸਾਧ ਸੰਗਤ ਜੀ ਕਿੱਡਾ ਵੱਡਾ ਕੋਈ ਧਰਤੀ ਦਾ ਹੀ ਸਾਰਾ ਖਜ਼ਾਨਾ ਦੇ ਦਿਓ ਨਾ ਤਾਂ ਵੀ ਤ੍ਰਿਸ਼ਨਾਲੂ ਦੀ ਤ੍ਰਿਸ਼ਨਾ ਨਹੀਂ ਬੁਝਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੁਸੀਂ ਵਰਤ ਰੱਖਣ ਨਾਲ ਸਚਿਆਰ ਹੋਇਆ ਕਹਿੰਦੇ ਹੋ, ਇਹਦੇ ਨਾਲ ਤੇ ਸਗੋਂ ਅੰਦਰ ਹੋਰ ਅੱਗ ਜਿੱਥੇ ਪੇਟ ਦੀ ਭੜਕਦੀ ਹੈ। ਮਹਾਰਾਜ ਕਹਿੰਦੇ ਪ੍ਰਤੱਖ ਬਾਹਰੋਂ ਵੀ ਭਾਈ ਤ੍ਰਿਸ਼ਨਾ ਦੇ ਨਾਲ ਕਦਾਚਿਤ ਵੀ ਜੀਵ ਨੂੰ ਸੰਤੋਖ ਨਹੀਂ ਆਉਂਦਾ, ਜਿੰਨੇ ਮਰਜੀ ਪਦਾਰਥ ਜਿਹੜੇ ਆ ਉਹ ਪ੍ਰਾਪਤ ਹੋ ਜਾਣ। ਇਸੇ ਪ੍ਰਕਾਰ ਪੜਿਓ। ਭੁੱਖਿਆ ਭੁੱਖ ਨਾ ਉਤਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਤ੍ਰਿਸ਼ਨਾ ਵਾਲੇ ਆ ਉਹ ਤ੍ਰਿਸ਼ਨਾ ਕਰਦੇ ਰਹਿੰਦੇ ਆ, ਕਰਦੇ ਰਹਿੰਦੇ ਆ, ਤ੍ਰਿਸ਼ਨਾ ਕਦੇ ਉਤਰਦੀ ਨਹੀਂ ਹੈ। ਜੇ ਬਨਾ ਪੁਰੀਆਂ ਭਾਰ। ਪੁਰੀਆਂ ਸਾਧ ਸੰਗਤ ਜੀ ਇੰਦਰੀਆਂ ਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਇੰਦਰੀਆਂ ਨੂੰ ਵੀ ਬੰਨ ਲਵੇ ਨਾ ਤੇ ਤਾਂ ਵੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਨਹੀਂ ਬੁਝਦੀ। ਕਈ ਇੰਦਰੀਆਂ ਦਾ ਬਾਹਰੋਂ ਦਮਨ ਕਰਦੇ ਆ ਕਿ ਨਹੀਂ ਨੇਤਰਾਂ ਕਰਕੇ ਰੂਪ ਵੇਖਦੇ, ਪਰ ਸਾਧ ਸੰਗਤ ਜੀ ਮਨ ਜਿਹੜਾ ਨਾ ਉਹ ਨਹੀਂ ਟਲਦਾ, ਮਨ ਨਹੀਂ ਹਟਦਾ। ਸਤਿਗੁਰੂ ਜੀ ਕਹਿੰਦੇ ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਉਹ ਭਾਂਬੜੀ ਮੱਚਦੇ ਆ। ਬਾਹਰੋਂ ਭਾਵੇਂ ਪੁਰੀਆਂ ਰੂਪੀ ਇੰਦਰੀਆਂ ਨੂੰ ਬੰਨ ਲਵੇ, ਕਿੰਨਾ ਜ਼ਿਆਦਾ ਰੋਕ ਲਵੇ, ਪਰ ਅੰਦਰ ਸਤਿਗੁਰੂ ਜੀ ਕਹਿੰਦੇ ਭਾਈ ਅੱਗ ਹੀ ਬਲਦੀ ਹੁੰਦੀ ਹੈ। ਤਾਂ ਹੀ ਸਾਧ ਸੰਗਤ ਜੀ ਇਹੋ ਜਿਹੇ ਸਾਧਨਾ ਵਾਲੇ ਝੱਟ ਹੀ ਡਿੱਗ ਪੈਂਦੇ ਆ। ਜੈਮਨ ਮੁਨੀ ਸੀਗਾ ਤੇ ਉਹ ਕਹਿੰਦਾ ਸੀ ਗਿਆਨਵਾਨ ਨੂੰ ਕਦੇ ਇਹ ਚੀਜ਼ ਸਤਾ ਨਹੀਂ ਸਕਦੀ, ਤੇ ਬਿਆਸ ਜੀ ਕਹਿੰਦੇ ਉਹ ਗਿਆਨ ਰੁੜ ਜਾਂਦਾ ਸਾਰਾ। ਜੈਮਨ ਮੁਨੀ ਹੰਕਾਰ ਨਹੀਂ ਕਰਨਾ ਚਾਹੀਦਾ। ਕਹਿੰਦਾ ਨਾ ਮਹਾਰਾਜ ਇਹ ਕਦੇ ਹੋ ਸਕਦਾ। ਕਹਿਣ ਲੱਗੇ ਚੰਗਾ ਪਰਖਦੇ ਆ। ਫਿਰ ਜਦੋਂ ਪਰਖਿਆ ਨਾ ਬਿਆਸ ਜੀ ਨੇ ਉਹ ਬੜਾ ਭਾਣਾ ਕਹਿੰਦੇ ਵਰਤਾਇਆ ਤੇ ਬਰਾਤ ਇੱਕ ਬਣਾ ਲਈ। ਜੰਗਲ ਦੇ ਵਿੱਚ ਬਰਾਤ ਜਾਵੇ ਤੇ ਉੱਥੇ ਸ਼ਕਤੀ ਨਾਲ ਹੀ ਸ਼ੇਰ ਕੱਢਤਾ, ਸਭ ਬਰਾਤ ਦੌੜ ਗਈ। ਨੌਜਵਾਨ ਅਬਲਾ ਜਿਹੜੀ ਨਵੀਂ ਵਿਆਹੀ ਔਰਤ ਸੀ ਉਹ ਬਿਆਸ ਜੀ ਨੇ ਆਪ ਰੂਪ ਧਾਰਿਆ ਹੋਇਆ ਸੀ। ਜਾ ਬੂਹਾ ਖੜਕਾਇਆ ਜੈਮਨ ਮੁਨੀ ਦਾ। ਕਹਿਣ ਲੱਗੇ ਕਿ ਮੈਂ ਤਾਂ ਬੜੀ ਅਬਲਾ ਇਸ ਜੰਗਲ 'ਚ ਕਿਵੇਂ ਰਹਾਂਗੀ ਮਹਾਰਾਜ, ਸਾਰੀ ਬਰਾਤ ਦੌੜ ਗਈ ਹੈ।
ਤੇ ਮੈਨੂੰ ਰਾਤ ਕਟਾਓ। ਕਹਿੰਦੇ ਨਾ ਬਈ ਤੂੰ ਔਰਤਾਂ ਇੱਥੇ ਕਿਵੇਂ ਰਹਿ ਸਕਦੀਆਂ, ਅਸੀਂ ਨਹੀਂ ਤੈਨੂੰ ਰੱਖ ਸਕਦੇ, ਮਹਾਰਾਜ ਤਰਸ ਕਰੋ ਮੇਰੇ ਤੇ ਅਵਲਾ, ਮੇਰੀ ਹੁਣ ਕੌਣ ਸਹਾਇਤਾ ਕਰੇ। ਅੱਛਾ ਕਹਿਣ ਲੱਗੇ ਫਿਰ ਤੂੰ ਇਸ ਮੱਠ ਵਿੱਚ ਵੜ ਜਾ, ਜੇ ਮੈਂ ਵੀ ਕਹਾਂ ਤਾਂ ਤੂੰ ਦਰਵਾਜ਼ਾ ਨਹੀਂ ਖੋਲਣਾ। ਤੇ ਉਹ ਬਾਹਰ ਬੈਠਾ ਜੈਮਨ ਮੁਨੀ, ਅੰਦਰੋਂ ਸੀਗੇ ਬਿਆਸ ਜੀ, ਉਹਨਾਂ ਨੇ ਰਾਤ ਨੂੰ ਰਾਗ ਅਲਾਪਿਆ ਫਿਰ ਬੜਾ ਸੁੰਦਰ। ਉਹਦੇ ਨਾਲ ਫਿਰ ਜੈਮਨ ਮੁਨੀ ਨੂੰ ਕਾਮ ਦੀ ਪੀੜਾ ਛਿੜੀ ਤੇ ਜਾ ਉਹਨੇ ਦਰਵਾਜ਼ਾ ਖੜਕਾਇਆ। ਅੰਦਰੋਂ ਆਵਾਜ਼ ਉਸੇ ਹੀ ਸਰੀਲੀ ਆਵਾਜ਼ ਵਿੱਚ ਕਿਹਾ, ਮਹਾਰਾਜ ਤੁਸੀਂ ਹੀ ਕਿਹਾ ਸੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦਾ ਹੁਣ ਮੈਂ ਹੀ ਕਹਿਣਾ ਖੋਲ ਦਰਵਾਜ਼ਾ। ਵੇਖੋ ਇਹੋ ਜਿਹਾ ਕਾਮ ਨੇ ਮੱਤ ਮਾਰ ਦਿੱਤੀ। ਤੇ ਬਾਹਰੋਂ ਕਿੱਡੇ ਰੋਕੇ ਹੋਏ ਸੀ ਇੰਦਰੇ, ਪਰ ਅੰਦਰ ਅੱਗ ਸੁਲਗ ਪਈ ਜਦੋਂ ਵਾਸ਼ਨਾ ਦੀ। ਤੇ ਫਿਰ ਕਹਿੰਦੇ ਜਦੋਂ ਨਾ ਦਰਵਾਜ਼ਾ ਖੋਲਿਆ ਤੇ ਜੈਮਨ ਮੁਨੀ ਨੇ ਉੱਤੋਂ ਮੱਠ ਪਾੜ ਲਿਆ। ਮੱਠ ਪਾੜ ਕੇ ਜਦੋਂ ਵਿੱਚ ਲਟਕਿਆ ਨਾ, ਅੱਗੇ ਜਟਾ ਜੂਟ ਬਿਆਸ ਜੀ ਨੂੰ ਵੇਖ ਕੇ ਬੜਾ ਸ਼ਰਮਿੰਦਾ ਹੋਇਆ। ਬਿਆਸ ਜੀ ਕਹਿੰਦੇ ਸੁਣਾ, ਤੂੰ ਕਹਿੰਦਾ ਇਸ ਗਿਆਨਵਾਨ ਨੂੰ ਨਹੀਂ ਕਰਨਾ ਚਾਹੀਦਾ, ਉਹਨੂੰ ਮਰ ਜਾਂਦਾ ਬਕਾਰ, ਨਹੀਂ ਤ੍ਰਿਸ਼ਨਾ ਅੰਦਰ ਰਹਿੰਦੀ। ਸ਼ਰਮਿੰਦਾ ਹੋ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਸਭ ਗਿਆਨ ਰੁੜ ਜਾਂਦਾ ਹੈ, ਨਾਮ ਦੇ ਵਿੱਚ ਹੀ ਸੁਰਤ ਟਿਕੀ ਰਹੇ ਤੇ ਸਾਧ ਸੰਗਤ ਜੀ ਬਚਾਅ ਹੁੰਦਾ ਹੈ। ਤੇ ਕੇਵਲ ਜੇ ਅਸੀਂ ਕਹੀਏ ਨਾ ਕਿ ਇਹ ਬਾਹਰੀ ਗਿਆਨ ਦੇ ਨਾਲ ਜਾਂ ਇੰਦਰੀਆਂ ਦੇ ਦਮਨ ਦੇ ਨਾਲ ਅੰਦਰੋਂ ਵਿਕਾਰਾਂ ਦੀ ਤ੍ਰਿਸ਼ਨਾ ਮਰ ਜਾਵੇਗੀ, ਨਹੀਂ ਮਰਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਕੋਈ ਕਿੰਨਾ ਮਰਜੀ ਆਪਣੀਆਂ ਪੁਰੀਆਂ ਇੰਦਰੀਆਂ ਨੂੰ ਬੰਨਣ ਪਾ ਲਵੇ। ਸਿਆਣਪਾ ਲੱਖ ਹੋਏ। ਸਾਧ ਸੰਗਤ ਜੀ ਵੇਖੋ ਹੁਣ ਲੱਖਾਂ ਹੀ ਤੇ ਹਜ਼ਾਰਾਂ ਹੀ ਮਹਾਰਾਜ ਕਹਿੰਦੇ ਭਾਈ ਗ੍ਰੰਥਾਂ ਦੀਆਂ ਸਿਆਣਪਾਂ ਆ ਜਾਣ, ਕਿੰਨੇ ਜ਼ਿਆਦੇ ਗ੍ਰੰਥ ਪੜ੍ਹ ਲਏ ਜਾਣ ਤੇ ਕੀ ਅਨੁਭਵੀ ਗਿਆਨ ਹੋ ਜਾਂਦਾ ਹੈ? ਨਹੀਂ ਹੁੰਦਾ ਸਾਧ ਸੰਗਤ ਜੀ। ਇਹ ਜਿਹੜਾ ਗਿਆਨ ਹੈ ਨਾ, ਇਹਦਾ ਇੱਕ ਜਿੱਥੇ ਬੜਾ ਵੱਡਾ ਲਾਭ ਹੈ ਨਾ ਇਸ ਵਿਦਿਆ ਦਾ, ਕਿਉਂਕਿ ਉਹ ਕਬੀਰ ਜੀ ਦਾ ਜ਼ਿਕਰ ਆਉਂਦਾ ਹੈ। ਕਹਿੰਦੇ ਕਬੀਰ ਜੀ ਦੇ ਕੋਲ ਤਿੰਨਾਂ 'ਚ ਲੜਾਈ ਪਈ ਸੀ ਤੇ ਆ ਗਏ ਕਬੀਰ ਜੀ ਦੇ ਕੋਲ। ਜਿਹੜਾ ਇੱਕ ਅਨਪੜ੍ਹ ਸੀ, ਇੱਕ ਪੜ੍ਹਿਆ ਲਿਖਿਆ ਸੀ ਤੇ ਇੱਕ ਜੋਗੀ ਸੀ। ਉਹ ਜੋਗੀ ਕਹੇ ਕਿ ਯੋਗ ਕਮਾਉਣਾ ਚੰਗਾ, ਪੜ੍ਹਿਆ ਲਿਖਿਆ ਕਹੇ ਪੜ੍ਹਨਾ ਲਿਖਣਾ ਚੰਗਾ, ਅਨਪੜ੍ਹ ਕਹੇ ਕਿ ਕੀ ਲੋੜ ਹੈ ਪੜ੍ਹਨ ਲਿਖਣ ਦੀ, ਮੌਜਾਂ ਲੁੱਟਣੀਆਂ ਚਾਹੀਦੀਆਂ। ਕਬੀਰ ਜੀ ਕੋ ਕਹਿੰਦੇ ਚਲੋ ਮਤਾ ਕਰਾਈਏ ਕਿ ਕਬੀਰ ਜੀ ਸਾਡੇ ਵਿੱਚੋਂ ਭਲਾ ਕਿਹੜਾ, ਚੰਗਾ ਕਿਹੜਾ, ਠੀਕ ਕਿਹੜਾ, ਤੁਹਾਡਾ ਕੀ ਸਿਧਾਂਤ ਹੈ? ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ, ਭਗਤ ਨਾ ਛੋਡੋ RAM ਕੀ, ਭਾਵੈ ਨਿੰਦੋ ਲੋਗ। ਕਬੀਰ ਸਾਹਿਬ ਜੀ ਨੇ ਕਿਹਾ, ਕਹਿੰਦੇ ਮੇਰੇ ਖਿਆਲ ਦੇ ਵਿੱਚ, ਕਬੀਰ ਜੀ ਕਹਿੰਦੇ ਜੋ ਸਾਡਾ ਮਤਵ ਹੈ, ਮੈਂ ਜਾਣਿਓ ਪੜ੍ਹਬੋ ਭਲੋ। ਕਹਿੰਦੇ ਮੈਂ ਜਾਣਿਆ ਕਿ ਪੜ੍ਹਨਾ ਲਿਖਣਾ ਚੰਗਾ। ਉਹ ਪੜ੍ਹਿਆ ਲਿਖਿਆ ਬੜਾ ਖੁਸ਼ ਹੋਇਆ, ਕਹਿੰਦਾ ਦੱਸਿਆ ਨਹੀਂ ਸੀ ਤੁਹਾਨੂੰ ਕਿ ਕਬੀਰ ਜੀ ਨੇ ਮੇਰੀ ਹਾਮੀ ਭਰਨੀ। ਕਬੀਰ ਜੀ ਕਹਿੰਦੇ ਸੁਣ ਲੈ ਭਾਈ, ਪੜ੍ਹ ਲਿਖ ਕੇ ਜੇ ਹੰਕਾਰ ਆ ਜੇ ਨਾ ਤੇ ਫਿਰ ਕਿਹਾ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜੇ ਪੜ੍ਹ ਲਿਖ ਕੇ ਮੁਕਤੀ ਹੁੰਦੀ ਤਾਂ ਰਾਵਣ ਸਾਧ ਸੰਗਤ ਜੀ ਉਹਨੇ ਆਪਣੀ ਭਾਸ਼ਾ ਵਿੱਚ ਵੇਦਾਂ ਦਾ ਟੀਕਾ ਕੀਤਾ ਸੀ। ਯੁਜੁਰਵੇਦ ਦਾ ਰਾਵਣ ਦਾ ਕੀਤਾ ਹੋਇਆ ਟੀਕਾ ਅੰਬਾਲੇ ਸ਼ਹਿਰ ਵਿੱਚ ਸਾਧ ਸੰਗਤ ਜੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਜ਼ਿਕਰ ਕੀਤਾ ਕਿ ਦਾਸ ਨੇ ਦਰਸ਼ਨ ਕੀਤੇ ਸੀ ਯੁਜੁਰਵੇਦ ਦੇ ਟੀਕੇ ਦੇ, ਜਿਹੜਾ ਰਾਵਣ ਦੇ ਹੱਥ ਦਾ ਕੀਤਾ ਹੋਇਆ ਟੀਕਾ ਸੀਗਾ। ਇਸ ਪ੍ਰਕਾਰ ਉਹਨਾਂ ਜ਼ਿਕਰ ਕੀਤਾ। ਤੇ ਏਡਾ ਵੱਡਾ ਸਾਧ ਸੰਗਤ ਜੀ ਵਿਦਵਾਨ ਹੋ ਕਰਕੇ ਫਿਰ ਮੂਰਖ ਹੀ ਨਿਕਲਿਆ ਨਾ ਜਦੋਂ ਪਰਾਈ ਔਰਤ ਦੇ ਉੱਤੇ ਹੱਥ ਪਾਇਆ ਜਾ ਕਰਕੇ। ਇਸ ਕਰਕੇ ਮਹਾਰਾਜ ਨੇ ਉਹਨੂੰ ਕਿਹਾ ਕਿ ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਕਰਕੇ ਉਹ ਪੜ੍ਹਿਆ ਲਿਖਿਆ ਵੀ ਮੂਰਖ ਹੀ ਦੱਸਿਆ ਹੈ, ਕਿਉਂਕਿ ਇਸ ਵਿਦਿਆ ਦੇ ਪੜ੍ਹਨ ਨਾਲ ਤਾਂ ਸ਼ਾਂਤੀ ਆਉਣੀ ਚਾਹੀਦੀ ਸੀ ਨਾ। ਜਦੋਂ ਵਿਦਿਆ ਪੜ੍ਹ ਕੇ ਹੰਕਾਰ ਆ ਜਾਂਦਾ ਹੈ, ਉਦੋਂ ਇਹ ਵਿਦਿਆ ਅੰਮ੍ਰਿਤ ਦਾ ਕੰਮ ਨਹੀਂ ਕਰਦੀ, ਫਿਰ ਜ਼ਹਿਰ ਦਾ ਕੰਮ ਕਰਦੀ। ਇਹ ਅੰਮ੍ਰਿਤ ਹੈ ਪਰ ਸਾਧ ਸੰਗਤ ਜੀ ਹੁਣ ਗ੍ਰਹਿਣ ਕਰਨ ਵਾਲੇ ਦੇ ਵਿੱਚ ਹੈ ਨਾ। ਸਵਾਂਤੀ ਬੂੰਦ ਤੇ ਉਹੋ ਹੀ ਹੈ, ਬੰਦੇ ਦੇ ਸਿਰ 'ਚ ਪੈਂਦੀ ਹੈ ਤੇ ਉਹਨੂੰ ਗਿਆਨ ਹੋ ਰਿਹਾ ਹੈ, ਗਿੱਦੜ ਦੇ ਸਿਰ 'ਚ ਪਵੇ ਤੇ ਉਹਨੂੰ ਹਲਕਾ ਹੋ ਰਿਹਾ ਹੈ। ਇਹ ਜਿਹੜਾ ਗਿਆਨ ਹੈ ਨਾ, ਕਿਤਾਬੀ ਗਿਆਨ, ਜਿਹੜੇ ਵਿਦਾਨ ਦੇ 8 ਗ੍ਰੰਥ ਪੜ੍ਹ ਲੈਣੇ, ਇਹ ਸਾਧ ਸੰਗਤ ਜੀ ਜ਼ਰੂਰੀ ਹੈ, ਪੜ੍ਹਨੇ ਚਾਹੀਦੇ ਹੈ। ਪਰ ਜਦੋਂ ਹੰਕਾਰ ਆ ਜਾਂਦਾ ਹੈ ਕਿ ਮੈਂ ਵੇਦ ਸ਼ਾਸਤਰ ਪੜ੍ਹ ਲਏ ਹੈ, ਫਾਰਸੀ ਪੜ੍ਹ ਲਈ ਹੈ, ਕੁਰਾਨ ਸ਼ਰੀਫ ਮੈਨੂੰ ਜ਼ਬਾਨੀ ਯਾਦ ਹੈ, ਤੂੰ ਕੌਣ ਹੈ ਜਿਹੜਾ ਮੇਰੇ ਨਾਲ ਗੱਲ ਕਰ ਸਕਦਾ? ਵਿਦਿਆ ਦਾ ਤਾਂ ਪੜ੍ਹ ਕੇ ਨਿਰਮਾਣਤਾ ਆਉਣੀ ਚਾਹੀਦੀ ਸੀ, ਗੁਣ ਆ ਗਏ ਤੇ ਝੁਕ ਜਾਣਾ ਚਾਹੀਦਾ ਸੀ। ਜੇ ਅਹੰਕਾਰ ਨਾਲ ਸਗੋਂ ਆਕੜ ਗਿਆ, ਸਮਝ ਲਓ ਕਿ ਉਹ ਗਿਆਨ ਨੇ ਸਾਧ ਸੰਗਤ ਜੀ ਅੰਦਰ ਜਿਹੜਾ ਜ਼ਹਿਰ ਵਾਲਾ ਕੰਮ ਸ਼ੁਰੂ ਕਰ ਦਿੱਤਾ ਕਿ ਮੇਰੇ ਬਰਾਬਰ ਕੌਣ ਹੈ। ਇਹ ਸਤਿਗੁਰੂ ਜੀ ਕਹਿੰਦੇ ਦੱਸੋ ਫਿਰ ਇਹ ਜਿਹੜੀਆਂ ਸਹਿਸ ਸਿਆਣਪਾਂ ਲੱਖ ਹੋਏ। ਮਹਾਰਾਜ ਕਹਿੰਦੇ ਕਿੰਨੀਆਂ ਹਜ਼ਾਰਾਂ ਲੱਖਾਂ ਹੀ ਹੋਣ ਸਿਆਣਪਾਂ ਤੇ ਸਾਧ ਸੰਗਤ ਜੀ ਇਹ ਪ੍ਰਲੋਕ ਤੱਕ ਜਿਹੜੀਆਂ ਹਾਮੀ ਭਰ ਸਕਦੀਆਂ ਨਹੀਂ।
ਇਹ ਚੱਲ ਇੱਥੇ ਹੀ ਨਹੀਂ ਸ਼ਾਂਤੀ ਦਿੰਦੀਆਂ। ਫਿਰ ਉਹ ਕਬੀਰ ਜੀ ਨੂੰ ਜਿਹੜਾ ਜੋਗੀ ਸੀ ਨਾ, ਉਹ ਕਹਿਣ ਲੱਗਾ, ਲੈ ਮੈਂ ਤੁਹਾਨੂੰ ਆਖਿਆ ਸੀ ਨਹੀਂ, ਕਬੀਰ ਜੀ ਨੇ ਕਿਹਾ ਕਿ ਪੜ੍ਹਵੇ ਸਿਓ ਭਲ ਜੋਗ, ਪੜ੍ਹਨ ਲਿਖਣ ਨਾਲੋਂ ਜੋਗ ਕਮਾਉਣਾ ਚੰਗਾ ਹੈ। ਕਬੀਰ ਜੀ ਕਹਿੰਦੇ, ਯੋਗੀ ਅਸੀਂ ਇਹ ਠੀਕ ਕਹਿੰਦੇ ਆ ਕਿ ਪੜ੍ਹ ਕੇ ਜੇ ਹੰਕਾਰ ਕਰਨਾ ਤੇ ਕਾਹਨੂੰ ਫਿਰ ਪੜ੍ਹਨਾ ਹੈ, ਤੇ ਫਿਰ ਇਹ ਜੋਗ ਕਮਾ ਲੈਣਾ ਹੀ ਚੰਗਾ ਹੈ। ਤੇ ਕਬੀਰ ਜੀ ਕਹਿੰਦੇ, ਪਰ ਸਾਡਾ ਸਿਧਾਂਤ ਹੋਰ ਹੈ। ਉਹ ਕਹਿਣ ਲੱਗਾ, ਮਹਾਰਾਜ ਕੀ ਹੈ? ਕਬੀਰ ਜੀ ਕਹਿੰਦੇ, ਸਾਡਾ ਸਿਧਾਂਤ ਤੇ ਭਾਈ ਪ੍ਰੇਮਾ ਭਗਤੀ ਦਾ ਹੈ, ਯੋਗ ਸਾਧਨਾ ਦੇ ਨਾਲੋਂ ਵੀ ਉੱਪਰ ਹੈ ਕਿ ਪ੍ਰੇਮ ਨਾਲ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ। ਇਸ ਕਰਕੇ ਅਸੀਂ ਕਹਿੰਦੇ ਆ ਕਿ ਭਗਤ ਨਾ ਛੋਡੋ ਰਾਮ ਕੀ, ਭਾਵੇਂ ਨਿੰਦੋ ਲੋਕ, ਭਾਵੇਂ ਸਾਰੇ ਲੋਕ ਕਹੀ ਜਾਣ ਕਿ ਕਬੀਰ ਅਨਪੜ੍ਹ ਵੈ, ਇਹਨੂੰ ਕੱਖ ਨਹੀਂ ਆਉਂਦਾ, ਤੇ ਜੋ ਮਰਜ਼ੀ ਕਹੀ ਜਾਣ, ਮੈਂ ਵਾਹਿਗੁਰੂ ਦੀ ਭਗਤੀ ਨਹੀਂ ਪਰਮੇਸ਼ਰ ਦੀ ਛੱਡਣੀ। ਤੇ ਚਾਹੇ ਇਹ ਲੋਕ ਕਹਿੰਦੇ ਸੀਗੇ ਕਬੀਰ ਸਾਹਿਬ ਜੀ ਅਨਪੜ੍ਹ ਵੈ, ਭਾਵੇਂ ਕਬੀਰ ਸਾਹਿਬ ਕਦੇ ਪਾਠਸ਼ਾਲਾ 'ਚ ਨਹੀਂ ਗਏ ਸਾਧ ਸੰਗਤ ਜੀ, ਪਰ ਕਬੀਰ ਸਾਹਿਬ ਜੀ ਨੇ ਉਸ ਵਕਤ ਦੇ ਸਾਰੇ ਬ੍ਰਾਹਮਣ ਨਿਰੁੱਤਰ ਕਰ ਦਿੱਤੇ ਸੀ। ਕਿਸੇ ਨੂੰ ਕਬੀਰ ਸਾਹਿਬ ਦੇ ਸਾਹਮਣੇ ਗੱਲ ਨਹੀਂ ਸੀ ਆਉਂਦੀ। ਤੇ ਕਬੀਰ ਸਾਹਿਬ ਦੀ ਬਾਣੀ ਜਿਹੜੀ ਹਜੂਰ ਨੇ ਦਰਜ ਕੀਤੀ ਹੈ ਨਾ, ਇੰਨੀ ਮਹਿੰਗੀ ਬਾਣੀ ਹੈ ਸਾਧ ਸੰਗਤ ਜੀ, ਪੜਨ ਲੱਗਿਆਂ ਬੜੀ ਵਾਰ ਅਰਥ ਵਾਚਣੇ ਪੈਂਦੇ ਆ। ਮਹਿੰਗੀ ਬਾਣੀ ਹੈ ਕਬੀਰ ਸਾਹਿਬ ਦੀ, ਜੋ ਇਸ ਪ੍ਰਕਾਰ 52 ਅੱਖਰੀ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਸਾਧ ਸੰਗਤ ਜੀ, ਬੜੀ ਮਹਿੰਗੀ ਬਾਣੀ ਉਚਾਰਨ ਕੀਤੀ ਹੋਈ ਹੈ। ਪੜਨ ਮਾਤਰ ਸੇ ਵੀ ਮਹਿੰਗੀ ਹੈ, ਅਰਥਾਂ ਦੇ ਮਾਤਰ ਸੇ ਵੀ ਬੜੀ ਮਹਿੰਗੀ ਹੈ। ਫਿਰ ਕੀ ਗੱਲ, ਕਬੀਰ ਸਾਹਿਬ ਜੀ ਦੇ ਕੋਲ ਤਾਂ ਸੰਸਾਰ ਦੀ ਵਿੱਦਿਆ ਹੈ ਨਹੀਂ ਸੀ ਕੋਈ ਵੀ, ਪਰ ਅਨੁਭਵੀ ਗਿਆਨ ਅੰਦਰ ਪ੍ਰਗਟ ਹੋ ਗਿਆ ਸੀ, ਜਿਹੜਾ ਨਾਮ ਦੇ ਨਾਲ ਮਹਾਰਾਜ ਕਹਿੰਦੇ ਪ੍ਰਾਪਤ ਹੁੰਦਾ ਹੈ, ਜਿਹਦੇ ਅੱਗੇ ਸਾਰੀ ਵਿੱਦਿਆ ਹੀ ਆ ਕਰਕੇ ਅੰਦਰ ਸੰਪੂਰਨ ਹੋ ਜਾਂਦੀ ਹੈ। ਹਜੂਰ ਕਹਿੰਦੇ, ਭਾਈ ਜਿੰਨੀਆਂ ਮਰਜ਼ੀ ਸਿਆਣਪਾਂ ਹਜ਼ਾਰਾਂ ਤੇ ਲੱਖਾਂ ਹੀ ਜਿਹੜੀਆਂ ਕੋਲ ਹੋਣ, ਤਾਂ ਇੱਕ ਨਾ ਚੱਲੈ ਨਾਲ, ਇੱਕ ਵੀ ਮਹਾਰਾਜ ਕਹਿੰਦੇ ਭਾਈ ਨਾਲ ਨਹੀਂ ਨਿਭਦੀ, ਨਾਲ ਨਹੀਂ ਚੱਲਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਇਹ ਚਲਾਕੀਆਂ ਦੇ ਨਾਲ ਸਿਆਣਪਾਂ ਦੇ ਨਾਲ ਕਿਸੇ ਵੀ ਮੇਰੇ ਵਾਹਿਗੁਰੂ ਨੇ ਨਹੀਂ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭੋਲੇ ਭਾਏ ਮਿਲੇ ਰਘੁਰਾਇਆ। ਭਾਈ ਜਦੋਂ ਭੋਲਾ ਭਾ ਹੋਵੇ ਨਾ, ਨਿਰਛਲ ਸੁਭਾਅ ਹੋਵੇ, ਤੇ ਫਿਰ ਵਾਹਿਗੁਰੂ ਜੀ ਅੰਦਰ ਸਾਖਿਆਤ ਹੋ ਜਾਂਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਕਿੰਨੀਆਂ ਭਾਈ ਸਿਆਣਪਾਂ ਹੋ ਜਾਣ, ਚਤੁਰਾਈਆਂ ਹੋ ਜਾਣ, ਬੜੀ ਵਿਦਿਆ ਦਾ ਵਿਦਵਾਨ ਬਣ ਜਾਵੇ, ਤਾਂ ਵੀ ਮਹਾਰਾਜ ਕਹਿੰਦੇ ਭਾਈ ਜਿੰਨਾ ਚਿਰ ਅੰਦਰ ਭਾਵ ਭਗਤੀ ਨਹੀਂ ਪੈਦਾ ਹੋਈ, ਵਾਹਿਗੁਰੂ ਦੇ ਘਰ ਤੱਕ ਉਹ ਕੋਈ ਵੀ ਸਿਆਣਪ ਜਿਹੜੀ ਚਤੁਰਾਈ ਨਹੀਂ ਲਿਜਾ ਸਕਦੀ। ਸਚਿਆਰਾ ਹੋਈਆ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਿਵੇਂ ਸਚਿਆਰ ਹੋਈਦਾ, ਆਪ ਕਿਰਪਾ ਕਰਕੇ ਦੱਸੋ ਕਿ ਕਿਵੇਂ ਮਹਾਰਾਜ ਉਸ ਸੱਚ ਤੱਕ ਪਹੁੰਚ ਸਕੀਦਾ ਹੈ। ਕੂੜਾ ਟੁੱਟਾ ਪਾਲ, ਤੇ ਕਿਵੇਂ ਮਹਾਰਾਜ ਅੰਦਰੋਂ ਜਿਹੜੀ ਕੂੜ ਦੀ ਪਾਲ ਕੰਧ ਵੈ ਜਾਂ ਇਸ ਪ੍ਰਕਾਰ ਵੱਟ ਵੈ, ਉਹ ਕਿਵੇਂ ਮਹਾਰਾਜ ਡਿੱਗ ਜਾਵੇ, ਕਿਵੇਂ ਅੰਦਰੋਂ ਝੂਠ ਦੀ ਨਿਵਰਤੀ ਹੋਵੇ। ਹੁਕਮ ਰਜਾਏ ਚੱਲਣਾ, ਸਤਿਗੁਰੂ ਜੀ ਕਹਿੰਦੇ ਜੋ ਮੇਰਾ ਵਾਹਿਗੁਰੂ ਰਾਜਾ ਦਾ ਮਾਲਕ ਹੈ, ਉਹਦੇ ਹੁਕਮ ਵਿੱਚ ਭਾਈ ਚੱਲਣਾ ਚਾਹੀਦਾ, ਉਹਦੀ ਆਗਿਆ ਵਿੱਚ ਚੱਲਣਾ ਚਾਹੀਦਾ, ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਏ। ਨਾਨਕ ਲਿਖਿਆ ਨਾਲ, ਹਜੂਰ ਕਹਿੰਦੇ ਭਾਈ ਜੀਵ ਦੇ ਨਾਲ ਉਹਦੇ ਮਸਤਕ ਤੇ ਹੁਕਮ ਲਿਖ ਦਿੱਤਾ ਗਿਆ ਹੈ, ਕਿਉਂਕਿ ਇਹ ਜੀਵ ਜਿਹੜੇ ਆ ਨਾ, ਵਾਹਿਗੁਰੂ ਨੇ ਹੁਕਮ ਵਿੱਚ ਸਾਜੇ ਆ, ਹੁਕਮ ਵਿੱਚ ਪਾਲਣਾ ਹੋ ਰਹੀ ਆ, ਹੁਕਮ 'ਚ ਹੀ ਇਸ ਸੰਸਾਰ ਤੋਂ ਚਲੇ ਜਾਣਗੇ। ਹੁਕਮ 'ਚ ਹੀ ਵਾਹਿਗੁਰੂ ਦੇ ਸਾਧ ਸੰਗਤ ਜੀ ਜੀਵ ਆਇਆ ਤੇ ਪਲ ਰਿਹਾ ਤੇ ਚਲੇ ਜਾਵੇਗਾ। ਮਹਾਰਾਜ ਕਹਿੰਦੇ ਇਹਦੇ ਨਾਲ ਲਿਖਿਆ ਗਿਆ ਹੈ, ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਹੁਣ ਸਾਧ ਸੰਗਤ ਜੀ ਜਦੋਂ ਮਹਾਰਾਜ ਹੁਕਮ ਦੀ ਬਾਬਤ ਕਿਹਾ, ਸਿੱਧ ਵੀ ਬਹੁਤ ਚਲਾਕ ਤੇ ਬੜੇ ਸਿਆਣੇ ਆ। ਇਹ ਸਤਿਗੁਰਾਂ ਜੀ ਨੂੰ ਪੁੱਛਣਗੇ ਕਿ ਮਹਾਰਾਜ ਅੱਛਾ ਜੇ ਹੁਕਮ ਦੀ ਖੇਡ ਸਾਰੀ ਵਰਤਦੀ ਹੈ ਤੇ ਆਪ ਦੱਸੋ ਮਹਾਰਾਜ ਹੁਕਮ ਕੀ ਹੈ। ਹੁਕਮ ਦੀ ਬਾਰੇ ਪੁੱਛਣਗੇ, ਤੇ ਕਿਉਂਕਿ ਜੇ ਹੁਕਮ ਜਾਣ ਲਿਆ ਜਾਵੇ ਨਾ ਤੇ ਫਿਰ ਉਹ ਸਮਝ ਲੈਣਗੇ ਸਿਆਣੇ ਆ, ਕਿਉਂਕਿ ਵੀ ਹੁਕਮ ਨੂੰ ਸਮਝ ਲਿਆ ਤੇ ਹੁਕਮੀ ਨੂੰ ਜਾਣਨਾ ਕੋਈ ਔਖਾ ਨਹੀਂ। ਕਿਉਂਕਿ ਜਿਹੜਾ ਕੋਈ ਮਨੁੱਖ ਗੱਲਬਾਤ ਕਰਦਾ ਹੈ ਨਾ, ਉਹਦੀ ਗੱਲਬਾਤ ਤੋਂ ਹੀ ਸਿਆਣੇ ਅੰਦਾਜ਼ਾ ਲਾਉਂਦੇ ਆ ਕਿ ਇਹਦੀ ਕਿੰਨੀ ਕੁ ਪਹੁੰਚ ਹੈ। ਹੁਕਮ ਤੋਂ ਪਤਾ ਲੱਗ ਜਾਏਗਾ। ਸਿੱਧ ਪੁੱਛਦੇ ਹੁਕਮ ਕੀ ਹੈ, ਹੁਕਮ ਦੱਸੋ, ਕਿ ਹੁਕਮ ਤੋਂ ਆਪੇ ਹੀ ਹੁਕਮੀ ਨੂੰ ਅਸੀਂ ਬੁੱਝ ਲਾਂਗੇ। ਮਹਾਰਾਜ ਫਿਰ ਜਿਵੇਂ ਅੱਗੇ ਬਖਸ਼ਿਸ਼ ਕਰਨਗੇ ਸਾਧ ਸੰਗਤ ਜੀ ਅਗਲੀ ਪੌੜੀ ਦੇ ਅੰਦਰ, ਉਹ ਕੱਲ ਨੂੰ ਅੱਗੇ ਕਥਾ ਆਵੇਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇਹ ਜਪਜੀ ਸਾਹਿਬ ਦੀ ਅੰਮ੍ਰਿਤ ਪਵਿੱਤਰ ਬਾਣੀ, ਇਹ ਸਾਧ ਸੰਗਤ ਜੀ ਸਾਡਾ ਮੁੱਢ ਵੈ, ਆਧਾਰ ਵੈ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਜਿੰਨਾ ਵੱਧ ਤੋਂ ਵੱਧ ਕੋਈ ਜਾਪ ਕਰੇ, ਇਹ ਨਹੀਂ ਕਿ ਇੱਕ ਹੀ ਜਪਜੀ ਸਾਹਿਬ ਦਾ ਪਾਠ
ਜਿੰਨਾ ਵੀ ਵੱਧ ਤੋਂ ਵੱਧ ਜਪਜੀ ਸਾਹਿਬ ਦਾ ਅਭਿਆਸ ਕੀਤਾ ਜਾਵੇ, ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਫਿਰ ਰੋਮ ਰੋਮ ਵਿੱਚ ਵਸਦੀ ਹੈ, ਅੰਦਰ ਸੁੱਚ ਪਵਿੱਤਰਤਾ ਬਖਸ਼ਿਸ਼ ਕਰ ਦਿੰਦੀ ਹੈ, ਸਾਰੀਆਂ ਹੀ ਭੁੱਖਾਂ ਲਾਹ ਦਿੰਦੀ ਹੈ। ਸਾਧ ਸੰਗਤ ਜੀ, ਮਨ ਵੀ ਫੁਰਨੇ ਕਰਨ ਤੋਂ ਹਟ ਜਾਂਦਾ ਹੈ, ਤੇ ਜਿਹੜੀ ਸਿਆਣਪ ਫਿਰ ਮਹਾਰਾਜ ਜੀ ਦੀ ਬਾਣੀ ਨਾਲ ਆਉਂਦੀ ਹੈ ਨਾ ਸਾਧ ਸੰਗਤ ਜੀ, ਉਹ ਫਿਰ ਸਮਝ ਲੈਂਦੇ ਆ ਕਿ ਸੰਸਾਰ ਮਿੱਥਿਆ ਹੈ, ਵਾਹਿਗੁਰੂ ਤ੍ਰਈ ਗਾਲ ਆਵਾਦ ਸਤਿ ਹੈ, ਉਹਦਾ ਹੁਕਮ ਵਰਤ ਰਿਹਾ ਹੈ। ਇਹ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਫਿਰ ਸਮਝ ਲੱਗ ਜਾਂਦੀ ਹੈ ਕਿ ਭਾਣੇ ਜੇਵੜ ਅਵਰ ਨਾ ਦਾਤ। ਮਹਾਰਾਜ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਆਗ